ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਕਿਰਪਾ ਕਰਹੁ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਉਸਤਤ ਨਿੰਦਾ ਨਾਨਕ ਜੀ, ਮੈਂ ਹਬ ਵੰਜਾਈ ਛੋੜਿਆ। ਹਬ ਕਿਛ ਤਿਆਗੀ, ਸਭੇ ਸਾਕ ਕੂੜਾਵੇ ਡਿਠੇ। ਤਉ ਪੱਲੇ ਤੈਂਢ ਲਾਗੀ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਮਾਝ ਮਹਿਲਾ ਤੀਜਾ, ਸੇ ਸੱਚ ਲਾਗੇ ਜੋ ਤੁਧ ਪਾਏ। ਸਦਾ ਸੱਚ ਸੇਵੈ ਸਹਿਜ ਸੁਭਾਏ। ਸੱਚੇ ਸ਼ਬਦ ਸੱਚਾ ਸਾਲਾਹੀ, ਸੱਚੇ ਤੇਲ ਮਿਲਾਵਣਿਆ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਮੁਕੱਦਸ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਸਨਮਾਨਯੋਗ ਸਤਸੰਗੀ ਜਨੋ, ਸੰਧਿਆ ਵੇਲੇ ਦੇ ਦੀਵਾਨਾਂ ਦੀ ਆਪ ਹਾਜ਼ਰੀਆਂ ਭਰ ਰਹੇ ਹੋ। ਹਜ਼ੂਰ ਪਿਤਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਉਹਨਾਂ ਦਾ ਅੱਜ ਬਾਬੇ ਦਾ ਵਿਆਹ ਬਟਾਲੇ ਦੀ ਧਰਤੀ 'ਤੇ ਜੋ ਸਮਾਗਮ ਮਨਾਇਆ ਜਾਂਦਾ, ਸੱਚੇ ਪਾਤਸ਼ਾਹ ਜੀ ਦਾ ਅੱਜ ਹਰ ਪ੍ਰਭ ਸਾਚੇ ਕਾਜ ਰਚਾਇਆ, ਗੁਰਮੁਖ ਵਿਆਹ ਹੁਣ ਆਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਅੱਜ ਵਿਆਹ ਪੁਰਬ ਹੈ। ਆਪ ਸਾਰੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਮੁਬਾਰਕਾਂ। ਸਤਿਗੁਰੂ ਜੀ ਦੀ ਇਸ ਪਾਵਨ ਜਿਹੜੀ ਮਰਿਆਦਾ ਸਤਿਗੁਰੂ ਜੀ ਨੇ ਅੱਜ ਵਿਆਹ ਦੀ ਕਾਇਮ ਕੀਤੀ, ਔਰ ਸਤਿਗੁਰੂ ਜੀ ਨੂੰ ਜਦ ਮਾਤਾ ਜੀ ਨੇ ਪੁੱਛਿਆ ਕਿ ਤੁਹਾਡਾ ਸੁਭਾਅ ਸੰਤਾਂ ਵਾਲਾ ਹੈ, ਤੁਹਾਡਾ ਸੁਭਾਅ ਸਾਧ ਵਾਲਾ ਹੈ, ਵਿਰਾਗ ਵਾਲਾ ਹੈ, ਉਪਰਾਮ ਵਾਲਾ ਹੈ, ਕਿ ਤੁਸੀਂ ਵਿਆਹ ਵੀ ਨਹੀਂ ਕਰਾਓਗੇ? ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਬਚਨ ਕੀਤੇ, ਮਾਂ ਅਸੀਂ ਜਿਸ ਰਸਤੇ ਦੇ ਉੱਤੇ ਤੁਰੇ ਹੋਏ ਹਾਂ, ਉਸ ਰਸਤੇ 'ਤੇ ਗ੍ਰਸਤ ਕਦੀ ਵੀ ਰੁਕਾਵਟ ਨਹੀਂ ਹੈ। ਅਸੀਂ ਗ੍ਰਸਤ ਦੇ ਵਿੱਚ ਪੈਰ ਵੀ ਧਰਾਂਗੇ ਔਰ ਆਪਣੀ ਪਤਨੀ ਆਪਣੇ ਪਰਿਵਾਰ ਦਾ ਖਿਆਲ ਵੀ ਰੱਖਾਂਗੇ, ਪਾਲਾਂਗੇ ਵੀ, ਪਰ ਨਾਲ ਨਾਲ ਸਤਿਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਦੇ ਅਗਮੀ ਧਿਆਨ ਦੇ ਵਿੱਚ ਵੀ ਜੋੜਾਂਗੇ ਔਰ ਕੁੱਲ ਕਾਇਨਾਤ ਨੂੰ ਵੀ ਉਪਦੇਸ਼ ਦ੍ਰਿੜ ਕਰਾਵਾਂਗੇ। ਸੋ ਸਤਿਗੁਰੂ ਜੀ ਦਾ ਅੱਜ ਵਿਆਹ ਪੁਰਬ ਹੈ। ਆਪ ਸਭ ਨੂੰ ਬੇਅੰਤ ਮੁਬਾਰਕਾਂ। ਘਰ ਦੇ ਵਿੱਚ ਜ਼ਰੂਰ ਅੱਜ ਆਪਣੀ ਲੋੜ ਅਨੁਸਾਰ ਆਪਣੇ ਸਰੀਰ ਨੂੰ ਵੇਖਦਿਆਂ ਮਿੱਠਾ ਜ਼ਰੂਰ ਛਕਿਓ, ਕਿਉਂਕਿ ਇਹ ਬਟਾਲੇ ਦੀ ਰੀਤ ਹੈ, ਇਹ ਸਾਡੇ ਘਰਾਂ ਦੀ ਰੀਤ ਹੈ। ਜਦ ਵਿਆਹ ਹੁੰਦਾ ਤੇ ਅਸੀਂ ਮੂੰਹ ਮਿੱਠਾ ਕਰਾਉਂਦੇ ਹਾਂ। ਸਤਿਗੁਰ ਰਹਿਮਤਾਂ ਕਰਨ, ਬੇਅੰਤ ਸੰਗਤਾਂ ਦੇ ਘਰਾਂ ਦੇ ਵਿੱਚ ਅੱਜ ਕੜਾ ਪ੍ਰਸ਼ਾਦ ਬਣਦਾ ਹੈ। ਇੱਥੋਂ ਤੱਕ ਕਿ ਮਾਝੇ ਦੇ ਇਲਾਕੇ ਦੇ ਵਿੱਚ ਜਦ ਤੁਸੀਂ ਬਟਾਲਾ, ਗੁਰਦਾਸਪੁਰ, ਉਸ ਇਲਾਕੇ ਦੇ ਵਿੱਚ ਕਿਸੇ ਦੇ ਨਾਲ ਸਾਂਝ ਪਾਈ ਹੈ ਤੁਹਾਡੀ, ਜਾਂ ਸਾਂਝ ਹੈ, ਜਾਂ ਤੁਸੀਂ ਉਹਦੇ ਵਿੱਚ ਰਹੇ ਹੋ ਉਹਨਾਂ ਥਾਵਾਂ 'ਤੇ, ਇਹ ਲਗਾਤਾਰ 10-12 ਦਿਨ ਦਾ ਸਮਾਗਮ ਚੱਲਦਾ ਹੈ, ਬੜਾ ਭਾਰਾ। ਅਤੇ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ।
ਸੋ ਆਓ ਜੀ ਜਿੱਥੇ ਸ਼ਬਦ ਵਿਚਾਰ ਕਰੀਏ, ਵਿਚਾਰ ਦੇ ਨਾਲ ਅਸੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਇਹ ਜਿਹੜਾ ਪੁਰਬ, ਕਿਉਂਕਿ ਪਿੱਛੇ ਇਹ 2 ਅਸੀਂ ਪੁਰਬ ਜ਼ਰੂਰ ਮਨਾਏ ਆ। ਵੈਸੇ ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਕੁਝ ਗੁਰੂ ਸਾਹਿਬਾਨਾਂ ਦੇ ਵਿਆਹ ਦਾ ਜ਼ਿਕਰ ਇਤਿਹਾਸ ਦਾ ਕੀਤਾ ਹੈ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਵਿਆਹ ਦੀ ਅਸੀਂ ਗਾਥਾ ਪਿਛਲੇ ਸਾਲ ਕੀਤੀ, ਔਰ ਇਹ ਅਸੀਂ ਇਸ ਪਾਵਨ ਸਥਾਨ 'ਤੇ ਅਰਦਾਸ ਕੀਤੀ ਸੀ ਕਿ ਹਰ ਸਾਲ ਅਸੀਂ ਹੁਣ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਦਾ ਪੁਰਬ ਮਨਾਵਾਂਗੇ, ਇਤਿਹਾਸਕ ਰੂਪ ਦੇ ਵਿੱਚ ਸਾਂਝ ਪਾਵਾਂਗੇ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਵਿਆਹ ਦੀ ਗਾਥਾ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਹੋਈ ਹੈ। ਜਦ ਪਿੰਡ ਵਾਲਿਆਂ ਨੇ ਇਹ ਸੋਚ ਲਿਆ ਸੀ ਕਿ ਗੁਰੂ ਅਰਜਨ ਸਾਹਿਬ ਜੀ ਦਾ ਅਸੀਂ ਇਹ ਸਾਡੀ ਪਿੰਡ ਦੀ ਧੀ ਦੇ ਨਾਲ ਵਿਆਹ ਨਹੀਂ ਹੋਣ ਦੇਣਾ, ਸੋ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੂੰ ਫਿਰ ਉਹਨਾਂ ਨੇ ਕਿੱਲਾ ਪੱਟਣ ਲਈ ਆਖਿਆ ਸੀ। ਪਰ ਉਹ ਜੰਡ ਦੀ ਜੜ ਹੀ ਉਹਨੂੰ ਅੱਗੇ ਉੱਤੇ ਕੱਖ ਨਾਲ ਪਲੇਟ ਕੇ ਕਿਹਾ ਸੀ ਕਿ ਇਹ ਜੰਡ ਨੂੰ ਵੱਢੋ। ਸੋ ਇਹ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਗਾਥਾ ਇੱਥੇ ਕਰ ਚੁੱਕੇ ਹਾਂ। ਸਤਿਗੁਰੂ ਜੀ ਨੇ ਉਹ ਬਲਵੰਤ ਪੂਰੇ ਬਲ ਦੇ ਨਾਲ ਰੁੱਖਾਂ ਦੀ ਜੜ ਨੂੰ ਵੱਢ ਦਿੱਤਾ ਸੀ। ਸੋ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੂਰੇ ਵਿਆਹ ਦੀ ਗਾਥਾ, ਜਿਹੜੀ ਗੁਰੂ ਕਾ ਲਾਹੌਰ ਆਨੰਦਪੁਰ ਸਾਹਿਬ ਤੋਂ ਕੁਝ 12 ਕਿਲੋਮੀਟਰ ਦੂਰ ਹੈ, ਜਦ ਅਸੀਂ ਇਹ ਅੱਗੇ ਤੁਰਾਂਗੇ ਨੰਗਲ ਵਾਲੇ ਪਾਸੇ, ਉਹ ਰਸਤੇ 'ਤੇ ਗੁਰੂ ਕਾ ਲਾਹੌਰ ਹੈ। ਉੱਥੇ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਵਿਆਹ ਦਾ ਜ਼ਿਕਰ, ਇਹ ਪੂਰੀ ਗਾਥਾ ਜਦ ਅਸੀਂ ਗੁਰਬਾਲਮ ਸਾਖੀਆਂ ਦੀ ਕਥਾ ਕੀਤੀ ਹੈ ਸਵੇਰੇ 3 ਮਹੀਨੇ, ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵਿਆਹ ਨੂੰ ਅਸੀਂ ਉਸੇ ਦਿਨ ਮਨਾਇਆ ਜਿਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵਿਆਹ ਸੀਗਾ। ਜਿਸ ਦਿਨ ਇਹ ਪੁਰਬ ਮਨਾਏ ਜਾਂਦੇ ਨੇ ਸਾਰੇ ਅਸੀਂ ਫਰਵਰੀ ਮਾਰਚ ਦੇ ਮਹੀਨੇ ਦੀ ਕਥਾ ਹੈ। ਸੋ ਅੱਜ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਗੁਰੂ ਨਾਨਕ ਸਾਹਿਬ ਜੀ ਦਾ ਇਸ ਇਤਿਹਾਸਕ ਦਿਹਾੜੇ ਨੂੰ ਅਸੀਂ ਮਨਾ ਰਹੇ ਹਾਂ। ਆਪ ਅਸੀਸ ਬਖਸ਼ੋ, ਕਿਉਂਕਿ ਬਹੁਤ ਵਿਰਲੀਆਂ ਥਾਵਾਂ ਨੇ ਪੰਜਾਬ ਤੋਂ ਬਾਹਰ ਜਿੱਥੇ ਇਹਨਾਂ ਦਿਨਾਂ ਨੂੰ, ਇਹਨਾਂ ਪੁਰਬਾਂ ਨੂੰ ਚੇਤੇ ਕੀਤਾ ਜਾਂਦਾ ਹੈ। ਸੋ ਵੱਡੇ ਭਾਗ ਨੇ ਆਪ ਸਾਰੀਆਂ ਸੰਗਤਾਂ ਦੇ ਕਿ ਇਸ ਪਾਵਨ ਸਥਾਨ 'ਤੇ ਅਸੀਂ ਇਹਨਾਂ ਦਿਨਾਂ ਨੂੰ ਚੇਤੇ ਕਰਦੇ ਹਾਂ। ਬਖਸ਼ੋ ਅਸੀਸ। ਪਹਿਲਾਂ ਸ਼ਬਦ ਇੱਕ ਵਿਚਾਰ ਲਈਏ, ਫਿਰ ਇਤਿਹਾਸਕ ਵਿਚਾਰਾਂ ਸਾਂਝ ਪਾਵਾਂਗੇ। ਗੱਜ ਕੇ ਫਤਿਹ ਸਾਂਝੀ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਝ ਮਹੱਲਾ ਤੀਜਾ ਸੇ ਸੱਚ ਲਾਗੇ ਜੋ ਤੁਧ ਭਾਏ। ਕੱਲ੍ਹ ਨੂੰ ਜਿਹੜਾ ਅਸੀਂ ਸ਼ਬਦ ਵਿਚਾਰਿਆ ਸੀ ਉਹਦੇ ਵਿੱਚ ਪ੍ਰਭੂ ਦੇ ਨਾਮ ਨੂੰ ਅੰਮ੍ਰਿਤ ਆਖਿਆ। ਅੱਜ ਗੁਰੂ ਅਮਰਦਾਸ ਜੀ ਨੇ ਉਸ ਪ੍ਰਭੂ ਦੇ ਨਾਮ ਦਾ ਜਿਹੜਾ ਹੋਰ ਵਿਸਥਾਰ ਹੈ ਅੰਮ੍ਰਿਤ ਤੋਂ ਅਲੱਗਾ, ਉਹ ਹੈ ਸੱਚ। ਕਿਉਂਕਿ ਅੰਮ੍ਰਿਤ ਅੰਦਰ ਦੀ ਬਿਰਤੀ ਹੈ, ਇਹਨੂੰ ਬਾਹਰ ਨਹੀਂ ਪ੍ਰਗਟ ਕੀਤਾ ਜਾ ਸਕਦਾ। ਕੋਈ ਪੁੱਛੋ ਜੀ ਇਹ ਅੰਮ੍ਰਿਤ ਨਾਮ ਦਾ ਰਸ ਕੀ ਹੈ? ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਇਹ ਰਸ ਉਹਨੇ ਜਾਣਿਆ ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੈ ਜਰੀਆ। ਤੇ ਉਹ ਸਿੱਖ ਜੀਵਨ ਮੁਕਤ ਉਹ ਹੋ ਗਿਆ। ਪਰ ਉਹ ਜੇ ਕੋਈ ਦੱਸਣਾ ਚਾਹੇ, ਜੇ ਦੁਨੀਆ ਸੰਸਾਰ ਨੂੰ ਪਤਾ ਲੱਗੇ, ਇੱਕ ਗੱਲ ਯਾਦ ਰੱਖਿਓ, ਇਬਾਦਤ ਵਾਲਾ ਜਦ ਤੱਕ ਆਪਣੀ ਜ਼ੁਬਾਨ ਤੋਂ ਨਾ ਦੱਸੇ ਨਾ ਕਿ ਮੈਂ ਇਸ ਆਨੰਦ ਨੂੰ ਪ੍ਰਾਪਤ ਕਰ ਲਿਆ, ਉਹਨਾਂ ਚਿਰ ਤੱਕ ਕਦੀ ਵੀ ਇਬਾਦਤ ਵਾਲੇ 'ਤੇ ਸ਼ੱਕ ਨਹੀਂ ਕਰਨਾ ਚਾਹੀਦਾ। ਕਿਉਂਕਿ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਅੰਮ੍ਰਿਤ ਦੀ ਅਵਸਥਾ ਨੂੰ ਦੱਸਿਆ ਨਹੀਂ ਜਾ ਸਕਦਾ, ਔਰ ਇਸ ਕਰਕੇ ਅੰਮ੍ਰਿਤ ਕੀ ਸਾਰ ਸੋਈ ਜਾਣੈ ਅੰਮ੍ਰਿਤ ਕਾ ਵਪਾਰੀ ਜੀ। ਜਿਹੜਾ ਅੰਮ੍ਰਿਤ ਦਾ ਵਪਾਰੀ ਹੈ ਉਹੀ ਜਾਣ ਸਕਦਾ ਹੈ। ਪਰ ਅੰਮ੍ਰਿਤ ਤੋਂ ਬਾਅਦ ਜਿਹੜੀ ਅਵਸਥਾ ਹੈ ਉਹ ਹੈ ਸੱਚ ਦੀ, ਜਿਹੜੀ ਸਮਾਜ ਵਿੱਚ ਪ੍ਰਗਟ ਹੁੰਦੀ ਹੈ, ਜਿਹੜੀ ਦੁਨੀਆ ਵਿੱਚ ਪ੍ਰਗਟ ਹੁੰਦੀ ਹੈ, ਜਿਹਨੂੰ ਲੁਕੋਇਆ ਨਹੀਂ ਜਾ ਸਕਦਾ। ਉਸੀ ਨਾਮ ਦੀ ਅੰਦਰ ਦੀ ਅਵਸਥਾ ਨੂੰ ਗੁਰੂ ਅਮਰਦਾਸ ਜੀ ਹੁਣ ਬਾਹਰ ਪ੍ਰਗਟ ਵਾਲੀ ਅਵਸਥਾ ਆਖਦੇ ਨੇ। ਉਸ ਅਵਸਥਾ ਨੂੰ ਸੇ ਸੱਚ ਲਾਗੇ ਜੋ ਤੁਧ ਭਾਏ, ਕਿਉਂਕਿ ਉਹਨਾਂ ਦੇ ਜੀਵਨ ਵਿੱਚੋਂ ਸੱਚ ਪ੍ਰਗਟ ਹੁੰਦਾ ਹੈ। ਤੁਸੀਂ ਆਸਾ ਕੀ ਵਾਰ ਦਾ ਇਹ ਬਚਨ ਚੇਤੇ ਕਰੋ, ਸੁਚ ਹੋਵੈ ਤਾਂ ਸੱਚ ਪਾਈਐ। ਇਹ ਸਿਧਾਂਤ ਪੁਰਾਤਨ ਹਜ਼ਾਰਾਂ ਸਾਲਾਂ ਤੋਂ ਚੱਲ ਰਿਹਾ ਕਿ ਜੇ ਸੁਚ ਹੋਗੀ ਤੇ ਸੱਚ ਦੀ ਪ੍ਰਾਪਤੀ ਹੋਏਗੀ। ਪਰ ਇਹਦੇ ਅਰਥ ਜਿਹੜੇ ਕੀਤੇ ਨੇ ਭਾਈ ਵੀਰ ਸਿੰਘ ਨੇ ਅਨਵੈ ਕੀਤੇ ਨੇ। ਕਹਿੰਦੇ ਜੇ ਸੱਚ ਹੋਏਗਾ ਤੇ ਤਾਂ ਸੁਚ ਦੀ ਪ੍ਰਾਪਤੀ ਕਰੋ। ਕਿਉਂਕਿ ਗੁਰੂ ਨਾਨਕ ਸਾਹਿਬ ਦਾ ਪਹਿਲਾ ਸਿਧਾਂਤ ਹੈ ਕਿ ਸੱਚ ਸੁਚ ਨਾਲ ਮਿਲਦੀ ਨਹੀਂ ਹੈ। ਜੇ ਮਿਲਣੀ ਹੁੰਦੀ ਤੇ ਫਿਰ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਜੇ ਸੱਚਿਆਰ ਬਣਨਾ ਹੁੰਦਾ ਤੇ ਲੱਖ ਵਾਰੀ ਸੁਚਮਤਾ ਕਰਨ ਵਾਲੇ ਇੱਥੇ ਬੇਅੰਤ ਨੇ। ਸੁਚ ਹੋਵੈ ਤਾਂ ਸੱਚ ਪਾਈਆ ਦੇ ਅਨਵੇ ਅਰਥ ਕਰੋ। ਸੱਚ ਤਾਂ ਜੇ ਸੱਚ ਮਿਲੇਗਾ ਤੇ ਫਿਰ ਸੁਚ ਦੀ ਪ੍ਰਾਪਤੀ ਹੈ। ਤੇ ਪੂਰਾ ਸਤਿਗੁਰੂ ਜੀ ਨੇ ਇਹ ਸ਼ਲੋਕ ਉਚਾਰਿਆ
सच तां पर जाणिए जां हृदय सच्चा होए। ਤੇ ਉਸ ਸੱਚ ਦੇ ਵਿੱਚ ਸਤਿਗੁਰੂ ਜੀ ਨੇ ਕਿਹਾ ਜਿਵੇਂ ਕਿਸਾਨ ਬਾਹਰੋਂ ਧਰਤੀ ਨੂੰ ਐ ਪੂਰਾ ਸਾਧ ਕੇ ਹਲ ਫੇਰ ਕੇ ਧਰਤੀ ਦਾ ਸੀਨਾ ਪਾਟ ਕੇ ਬਿਲਕੁਲ ਉਪਜਾਊ ਜ਼ਮੀਨ ਨੂੰ ਤਿਆਰ ਕਰਕੇ ਫਿਰ ਉਹਦੇ ਵਿੱਚ ਬੀਜ ਪਾਉਂਦਾ ਨਾ, ਸੱਚ ਤਾਂ ਪਰ ਜਾਣੀਐ ਜਾਂ ਇਹ ਧਰਤ ਜਿਹੜੀ ਹਿਰਦੇ ਦੀ ਹੈ ਨਾ, ਇਹਨੂੰ ਕਾਇਆ ਨੂੰ ਸਾਧ ਲੇ, ਕਹਿੰਦੇ ਫਿਰ ਇਹਦੇ ਵਿੱਚ ਨਾਮ ਦਾ ਬੀਜ ਪਾ ਲੇ। ਇਹ ਹੈ ਸਤਿਗੁਰੂ ਜੀ ਦਾ ਬਚਨ, ਸੱਚ ਤਾਂ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ। ਫਿਰ ਅਗਲਾ ਬਚਨ ਸਤਿਗੁਰੂ ਜੀ ਨੇ ਉਪਦੇਸ਼ ਕੀਤਾ ਕਿ ਕੂੜ ਕੀ ਮਲ ਉਤਰੈ ਮਨ ਕਰੈ ਅੱਛਾ ਧੋਏ ਸੱਚਾ ਧੋਏ। ਇਹ ਹੈ ਫਿਰ ਅਗਲੇ ਸਤਿਗੁਰੂ ਜੀ ਨੇ ਜਿਹੜੇ ਉਪਦੇਸ਼ ਦ੍ਰਿੜ ਕਰਾਏ ਨਾ ਕਿ ਸੱਚ ਉਹਨੂੰ ਕਿਹਾ ਹੈ ਜਾਂ ਇਹ ਧਰਤ ਕਾਇਆ ਸਾਧ ਕੇ ਵਿੱਚ ਦੇ ਸੱਚਾ ਬੀਓ। ਇਸ ਧਰਤੀ ਨੂੰ ਸਾਧ ਲੇ ਤੇ ਫਿਰ ਜੇ ਧਰਤੀ ਨੂੰ ਸਾਧ ਲੇਗਾ ਤੇ ਸੱਚ ਆ ਜਾਏਗਾ। ਸੱਚ ਜਿਸ ਦਿਨ ਆ ਗਿਆ ਉਸ ਦਿਨ ਸੁੱਚ ਦੀ ਪ੍ਰਾਪਤੀ ਹੈ। ਹੁਣ ਇੱਥੇ ਸੁਚਮਤਾ ਦੀ ਗੱਲ ਕੀਤੀ ਹੈ, ਸੇ ਸੱਚ ਲਾਗੇ ਜੋ ਤੁਧ ਭਾਏ ਸਦਾ ਸੱਚ ਸੇਵੈ ਸਹਿਜ ਸੁਭਾਏ। ਉਹ ਸਹਿਜ ਅਵਸਥਾ ਦੇ ਵਿੱਚ ਸੱਚ ਨੂੰ ਚੇਤੇ ਰੱਖਦੇ ਨੇ ਜਿਹਨੂੰ ਵਾਹਿਗੁਰੂ ਆਖਿਆ, ਅਤੇ ਸਹਿਜ ਰੂਪ ਦੇ ਵਿੱਚ ਉਹਨਾਂ ਦੇ ਅੰਦਰ ਝੂਠ ਵਰਤ ਹੀ ਨਹੀਂ ਸਕਦਾ, ਸੱਚ ਹੀ ਵਰਤਦਾ ਹੈ। ਅੱਗੇ ਮਹਾਰਾਜ ਜੀ ਕਹਿੰਦੇ ਸੱਚਾ ਸ਼ਬਦ ਸੱਚਾ ਸਾਲਾਹੀ ਸੱਚਾ ਮੇਲ ਮਿਲਾਵਣਿਆ। ਅੰਦਰ ਮਨ ਦੇ ਅੰਦਰ ਸੱਚੀ ਬਾਣੀ ਦੀ ਉਹਨਾਂ ਦੇ ਅੰਦਰ ਸਿਫਤ ਸਲਾਹ ਚੱਲਦੀ ਹੈ ਅਤੇ ਮਨ ਜਿਹੜਾ ਉਹ ਝੂਠ ਦੇ ਨਾਲ ਨਹੀਂ ਮਿਲਦਾ। ਕੁੜਿਆਰ ਕੂੜਿਆਂ ਦੇ ਵਿੱਚ ਬਿਲਕੁਲ ਗਲਤਾਨ ਰਹਿੰਦੇ ਹੈ, ਪਰ ਸਚਿਆਰ ਦੀ ਬਿਰਤੀ ਹੈ ਜਿਨ ਕੇ ਚਿੱਤ ਕਠੋਰ ਹੈ ਸੇ ਬਹਿਨ ਨਾ ਸਤਿਗੁਰ ਪਾਸ। ਉਹ ਨੇੜੇ ਨਹੀਂ ਬੈਠ ਸਕਦੇ, ਉਹ ਬੈਠ ਹੀ ਨਹੀਂ ਸਕਦੇ। ਉਹ ਵਲ ਛਲ ਕਰ ਝੱਤ ਕੱਢਦੇ ਫਿਰ ਜਾਏ ਬਹਿ ਕੁੜਿਆਰਾਂ ਪਾਸ। ਕੂੜ ਬੰਦੇ ਦੇ ਅੰਦਰ ਸੱਚ ਨਹੀਂ ਵਰਤ ਸਕਦਾ, ਪਰ ਵਿੱਚ ਸੱਚਾ ਕੂੜ ਨਾ ਗੱਡਈ। ਕਹਿੰਦੇ ਸੱਚੇ ਬੰਦੇ ਦੇ ਅੰਦਰ ਸੁਚਮਤਾ ਹੈ। ਉਹ 100 ਕੂੜਿਆਂ ਦੇ ਇਕੱਠ ਦੇ ਵਿੱਚ ਵੀ ਬੈਠਾ ਹੋਏ ਨਾ ਤੇ ਫਿਰ ਸ਼ੰਕ ਨਾ ਕਰਿਓ ਕਿ ਜੇ ਹੰਸ ਬਗਲਿਆਂ ਦੇ ਵਿੱਚ ਬੈਠਾ ਕਿਤੇ ਉਹ ਵੀ ਬਗਲਾ ਹੋ ਗਿਆ, ਬਿਲਕੁਲ ਨਹੀਂ ਹੋ ਸਕਦਾ। ਵਿੱਚ ਸੱਚਾ ਕੂੜ ਨਾ ਗੱਡਈ ਕਰ ਵੇਖੋ ਕਉ ਨਿਰਜਾਸ ਕੁੜਿਆਰ ਕੁੜਿਆਰੀ ਜਾਇ ਬਹਿ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸਚਿਆਰ 4 ਵਾਰੀ ਆਇਆ ਜਪ ਬਾਣੀ 'ਚ, ਪਹਿਲੀ ਪੌੜੀ 'ਚ ਪੜ੍ਹੋਗੇ, ਉਸ ਤੋਂ ਬਾਅਦ ਫਿਰ ਤੁਸੀਂ ਪੜ੍ਹੋਗੇ ਕਿ ਕੀ ਸਚਿਆਰ ਦੀ ਬਿਰਤੀ ਹੈ। ਨਾਨਕ ਇਵੇਂ ਜਾਣੀਐ ਸਭ ਆਪੇ ਸਚਿਆਰ। ਫਿਰ ਆਇਆ, ਫਿਰ ਅੱਗੇ ਤੁਸੀਂ ਜਦ ਪੰਜ ਪ੍ਰਵਾਨ ਪੰਜ ਪ੍ਰਧਾਨ ਦੀ ਅਵਸਥਾ ਤੋਂ ਨਿਕਲੋਗੇ ਤਾਂ ਸਤਿਗੁਰੂ ਜੀ ਦ੍ਰਿੜ ਕਰਾਉਂਦੇ ਨੇ। ਫਿਰ 5 ਖੰਡਾਂ ਦੇ ਵਿੱਚ ਸਚਿਆਰਤਾ ਦੀ ਸਿਖਰ ਹੈ। ਸੋ ਸਤਿਗੁਰੂ ਜੀ ਨੇ ਇੱਥੇ ਸਚਿਆਰ ਦਾ ਜ਼ਿਕਰ ਕੀਤਾ, ਉਹਨੂੰ ਸੱਚ ਆਖਿਆ। ਉਹਦੀ ਅਵਸਥਾ ਸੱਚ ਦੇ ਵਿੱਚ ਅਤੇ ਸ਼ਬਦ ਵਿੱਚ ਮਿਲੀ ਹੁੰਦੀ ਹੈ ਅਤੇ ਉਹਦਾ ਮਨ ਸ਼ਬਦ ਵਿੱਚ ਇਕਮਿਕ ਹੁੰਦਾ ਹੈ, ਕੋਈ ਉਹਨੂੰ ਦੂਰ ਨਹੀਂ ਕਰ ਸਕਦਾ ਜੀ। ਸੱਚ ਸਲਾਹਣਿਆ ਸੱਚ ਧਿਆਇਨ ਸੇ ਸੱਚ ਰਾਤੇ ਸੱਚੇ ਸੱਚ ਸਮਾਵਣਿਆ। ਰਹਾਉ ਹਉ ਵਾਰੀ ਜਿਉ ਵਾਰੀ ਸੱਚ ਸਲਾਹਣਿਆ। ਜਿਨ੍ਹਾਂ ਨੇ ਸੱਚ ਦੀ ਸਿਫਤ ਸਲਾਹ ਕੀਤੀ ਹੈ, ਸੱਚੇ ਨਾਮ ਨੂੰ ਮਨ ਵਿੱਚ ਵਸਾਇਆ, ਅਤੇ ਸੱਚਾ ਨਾਮ ਕੀ ਹੈ? ਸੱਚਾ ਨਾਮ ਬਾਣੀ ਹੈ। ਬਾਣੀ ਨੂੰ ਸੱਚ ਆਖਿਆ। ਇਹ ਕੋਈ ਵਿਰਲਾ ਹੀ ਇਸ ਬਾਣੀ ਨਾਲ ਜੁੜਦਾ। ਮਹਾਰਾਜ ਜੀ ਗੁਰੂ ਅਮਰਦਾਸ ਜੀ ਕਹਿੰਦੇ ਉਹਨਾਂ ਤੋਂ ਬਲਿਹਾਰ ਹਾਂ। ਸੱਚ ਧਿਆਨ ਸੇ ਸੱਚ ਰਾਤੇ ਸੱਚੇ ਸੱਚ ਸਮਾਵਣਿਆ। ਜਿਹੜੇ ਸੱਚ ਨੂੰ ਹਿਰਦੇ ਵਿੱਚ ਧਿਆਉਂਦੇ ਨੇ, ਚੇਤੇ ਕਰਦੇ ਨੇ, ਉਹ ਸੱਚ ਦਾ ਹੀ ਰੂਪ ਹੋ ਜਾਂਦੇ ਨੇ। ਜਿਨ੍ਹਾਂ ਦੇ ਮਨਾਂ ਵਿੱਚ ਝੂਠ ਚੱਲਦਾ ਹੈ ਨਾ, ਉਹਨਾਂ ਦਾ ਜੀਵਨ ਝੂਠਾ ਹੈ। ਉਹ ਝੂਠ ਕਿਉਂ ਬੋਲਦੇ ਨੇ? ਉਹਨਾਂ ਦੀ ਬਾਣ ਹੈ, ਆਦਤ ਹੈ। ਕਈ ਵਾਰੀ ਲੋੜ ਵੀ ਨਹੀਂ ਹੈ ਤਾਂ ਵੀ ਮਨ ਦੇ ਅੰਦਰ ਫੁਰਨਾ ਹੁੰਦਾ, ਮੈਂ ਉਹਨੂੰ ਝੂਠ ਹੀ ਬੋਲ ਦਾਂਗਾ, ਮੈਂ ਉਹਨੂੰ ਐਵੇਂ ਬੋਲ ਦਾਂਗਾ। ਪਰ ਸਤਿਗੁਰੂ ਜੀ ਕਹਿੰਦੇ ਸੱਚ ਬੰਦਾ ਜਿਹੜਾ ਸ਼ਬਦ ਨਾਲ ਜੁੜਿਆ ਉਹ ਹਮੇਸ਼ਾ ਝੂਠ ਤੋਂ ਪਰਹੇਜ਼ਗੀ ਕਰਦਾ। ਉਹ ਕਹਿੰਦਾ ਜਦ ਲੋੜ ਹੀ ਨਹੀਂ ਇੱਥੇ ਝੂਠ ਦੀ, ਫਿਰ ਝੂਠ ਕਿਉਂ ਬੋਲੀਏ? ਇਹ ਨਿਸ਼ਾਨੀਆਂ ਨੇ ਸਚਿਆਰ ਬੰਦੇ ਦੀ। ਸੱਚ ਦੇ ਅੰਦਰ ਉਹਨਾਂ ਦਾ ਮਨ ਜੁੜਿਆ। ਸੱਚ ਧਿਆਨ ਸੇ ਸੱਚ ਰਾਤੇ ਸੱਚੇ ਸੱਚ ਸਮਾਵਣਿਆ। ਉਹ ਫਿਰ ਸੱਚ ਪ੍ਰਭੂ ਦਾ ਰੂਪ ਹੁੰਦੇ ਨੇ ਜੀ। ਰਹਾਓ ਦੇਖਾਂ ਸੱਚ ਸਭਨੀ ਥਾਈ ਗੁਰ ਪ੍ਰਸਾਦੀ ਮਨ ਵਸਾਈ। ਤਨ ਸੱਚਾ ਰਸਨਾ ਸੱਚ ਰਾਤੀ ਸੱਚ ਸੁਣ ਆਖ ਵਖਾਨਣਿਆ।
ਜਹ ਦੇਖਾਂ ਸੱਚ ਸਭਨੀ ਥਾਈ। ਜਿਨ੍ਹਾਂ ਦਾ ਮਨ ਸੱਚ ਵਿੱਚ ਜੁੜਿਆ ਫਿਰ ਉਹਨਾਂ ਨੂੰ ਸਭ ਥਾਈ ਪ੍ਰਭੂ ਸੱਚ ਦਿਸੇਗਾ। ਤੇ ਜਿਨ੍ਹਾਂ ਦਾ ਮਨ ਝੂਠ ਤੇ ਕੁੜਿਆਰ ਵਿੱਚ ਦਿਸਿਆ ਟਿਕਿਆ ਹੋਇਆ, ਫਿਰ ਤੇ ਸੱਚ ਇਹ ਹੈ ਕਿ ਤੁਰਦੇ ਕੋ ਤੁਰਦਾ ਮਿਲੇ, ਉੱਡਦੇ ਕੋ ਉੱਡਦਾ। ਇਹ ਬਾਣੀ ਦਾ ਸਿਧਾਂਤ ਹੈ। ਜਿਹਦੀ ਸੁਰਤ ਜਿਹੋ ਜਿਹੀ ਹੋਏਗੀ, ਜਿਹਦੀ ਸੁਰਤ ਕੂੜ ਦੇ ਵਿੱਚ ਤੁਰੀ ਹੋਈ ਹੈ ਉਹਨੂੰ ਕੂੜ ਮਿਲੇਗਾ, ਜਿਹਦੀ ਸੁਰਤ ਉੱਚੀ ਹੈ ਉਹਨੂੰ ਉੱਚੀ ਅਵਸਥਾ ਵਾਲਾ ਮਿਲੇਗਾ। ਹੁਣ ਇਹੀ ਤੇ ਮਹਾਰਾਜ ਜੀ ਦਾ ਬਚਨ ਹੈ ਨਾ ਕਿ ਇਸ ਸੰਸਾਰ ਦਾ ਇਹੀ ਬਿਲਕੁਲ ਨੇਮ ਹੈ ਕਿ ਸੁਖੀਏ ਕੋ ਪੀਕੈ ਸਭ ਸੁਖੀਆ, ਰੋਗੀ ਕੈ ਭਾਣੈ ਸਭ ਰੋਗੀ। ਜਿਹਦੇ ਅੰਦਰ ਸੱਚ ਹੈ ਉਹਨੂੰ ਸਭ ਥਾਈਂ ਸੱਚ ਵਾਹਿਗੁਰੂ ਹੀ ਦਿਸੇਗਾ, ਉਹਦਾ ਰੂਪ ਦਿਸੇਗਾ। ਗੁਰ ਪ੍ਰਸਾਦੀ ਮਨ ਵਸਾਈ, ਉਹਨੂੰ ਅੱਖਾਂ ਬੰਦ ਕਰਨ ਦੀ ਕੋਈ ਮਥਾਜਗੀ ਨਹੀਂ ਹੈ। ਉਹ ਜਹ ਜਹ ਪੇਖੋਂ ਤੈ ਹਜ਼ੂਰ, ਜਿੱਥੇ ਵੇਖੇਗਾ ਉੱਥੇ ਉਹਨੂੰ ਪ੍ਰਭੂ ਯਾਦ ਆਏਗਾ, ਮਨ ਵਿੱਚ ਪ੍ਰਭੂ ਦਾ ਨਾਮ ਹੀ ਵਸੇਗਾ। ਦੁਨੀਆ ਦੇ ਲੋਕ ਕਹਿੰਦੇ ਹੈ ਕਿ ਅਸੀਂ ਅੱਖਾਂ ਬੰਦ ਨਹੀਂ ਕਰ ਸਕਦੇ, ਧਿਆਨ ਨਹੀਂ ਲਾ ਸਕਦੇ। ਅਤੇ ਜਿਹੜੇ ਨਿਰੰਕਾਰ ਦੇ ਨਾਮ ਦੇ ਟਕਬੰਜ ਕਰਦੇ ਆ ਉਹ ਕਹਿੰਦੇ ਅਸੀਂ ਅੱਖਾਂ ਖੋਲ੍ਹ ਹੀ ਨਹੀਂ ਸਕਦੇ। ਪਰ ਗੁਰੂ ਅਮਰਦਾਸ ਜੀ ਕਹਿੰਦੇ ਹੈ ਅੱਖਾਂ ਖੋਲ੍ਹ ਕੇ ਵੀ ਸੱਚ ਹੈ ਅਤੇ ਅੱਖਾਂ ਬੰਦ ਕਰਕੇ ਵੀ ਸੱਚ ਹੈ। ਕਿ ਜਦ ਦੇਖਾਂਗਾ ਤਾਂ ਵੀ ਵਾਹਿਗੁਰੂ ਦਾ ਨਾਮ ਹੈ ਅਤੇ ਜਦ ਅੰਦਰ ਟਿਕਾਂਗਾ ਤਾਂ ਵੀ ਵਾਹਿਗੁਰੂ ਦਾ ਨਾਮ ਹੈ। ਤਨ ਸੱਚਾ ਰਸਨਾ ਸੱਚ ਰਾਤੀ, ਸੱਚ ਸੁਣ ਆਖ ਵਖਾਵਣਿਆ। ਮਹਾਰਾਜ ਵਖਾਣਿਆ ਉਹਨਾਂ ਦੀ, ਮਹਾਰਾਜ ਜੀ ਕਹਿੰਦੇ ਉਹਨਾਂ ਦਾ ਤਨ ਸੱਚਾ ਹੈ, ਉਹਨਾਂ ਦੇ ਅੰਦਰ ਸੱਚ ਰਤਿਆ ਹੋਇਆ, ਰਸਨਾ ਵੀ ਉਹਨਾਂ ਦੀ ਸੱਚ ਵਿੱਚ ਹੀ ਹੈ। ਸੱਚ ਸੁਣ ਆਖ ਵਖਾਨਣਿਆ, ਉਹ ਸੱਚ ਨੂੰ ਸੁਣ ਕੇ ਤੇ ਆਖਦੇ ਵੀ ਨੇ ਤੇ ਆਖ ਕੇ ਸੱਚ ਦੀ ਵਿਆਖਿਆ ਵੀ ਦੱਸਦੇ ਨੇ ਜੀ। ਤਿਨ ਮਨਸਾ ਮਾਰ ਸੱਚ ਸਮਾਣੀ, ਤਿਨ ਮਨ ਡੀਠੀ ਸਭ ਆਵਣ ਜਾਣੀ। ਸਤਿਗੁਰ ਸੇਵੇ ਸਦਾ ਮਨ ਨਿਹਚਲ, ਨਿਜ ਘਰ ਵਾਸਾ ਪਾਵਣਿਆ। ਮਨਸਾ ਮਾਰ ਸੱਚ ਸਮਾਣੀ। ਮਨਸਾ ਲਫ਼ਜ਼ ਮਨੀਸ਼ਾ ਦਾ ਹੈ। ਮਨੀਸ਼ਾ ਲਫ਼ਜ਼ ਆਇਆ ਮਨ ਦੀ ਇੱਛਾ ਤੋਂ। ਹੁਣ ਇੱਥੇ ਚੰਗੀਆਂ ਇੱਛਾਵਾਂ ਨੂੰ ਮਾਰਨ ਦਾ ਕਿਤੇ ਜ਼ਿਕਰ ਨਹੀਂ ਆਇਆ। ਜੇ ਇੱਛਾ ਮਾਰਨੀ ਹੈ ਤਾਂ ਮਾੜੀ ਮਾਰੋ। ਮਨਸਾ ਦਾ ਜ਼ਿਕਰ ਜਿੱਥੇ ਆਇਆ ਇਹ ਮਨ ਦੀਆਂ ਬੁਰੀਆਂ ਇੱਛਾਵਾਂ ਦਾ ਜ਼ਿਕਰ ਕੀਤਾ। ਰੱਬ ਦੀ ਪ੍ਰਾਪਤੀ ਵੀ ਤਾਂ ਮਨ ਦੀ ਇੱਛਾ ਹੈ ਨਾ, ਚੰਗੇ ਗੁਣਾਂ ਦੀ ਪ੍ਰਾਪਤੀ ਵੀ ਮਨ ਦੀ ਇੱਛਾ ਹੈ। ਪਰ ਇਸ ਇੱਛਾ ਨੂੰ ਮਾਰਨ ਨੂੰ ਸਤਿਗੁਰ ਨੇ ਕਦੀ ਨਹੀਂ ਕਿਹਾ। ਸਤਿਗੁਰ ਜੀ ਨੇ ਕਿਹਾ ਤੇ ਇਹ ਉਦਮ ਕਰ ਕਿ ਉਦਮ ਕਰੇਂਦਿਆਂ ਜੀਓ ਤੂੰ, ਕਮਾਵੰਦਿਆਂ ਸੁਖ ਪੁੰਚ ਧਿਆਉਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਮਨਸਾ ਮਾਰ ਦੁਬਦਾ ਸਹਿਜ ਸਮਾਣੀ। ਜੇ ਆਪਣੇ ਅੰਦਰ ਮਨ ਦੀਆਂ ਇੱਛਾਵਾਂ ਵਿੱਚੋਂ ਕੁਝ ਮਾਰਨਾ ਹੈ ਤੇ ਦੁਬਦਾ ਵਾਲਾ ਖਿਆਲ ਮਾਰ ਦੇ। ਉਹ ਖਿਆਲ ਜਿਹੜਾ ਖਿਆਲ ਜਿਉਂ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਟਾਲੀਐ, ਜਿਹੜਾ ਰੱਬ ਦੇ ਰਸਤੇ ਤੇ ਰੁਕਾਵਟ ਬਣੇ ਨਾ ਉਹ ਖਿਆਲ ਦੁਬਦਾ ਵਾਲਾ ਹੈ, ਉਹ ਦੂਜਾ ਹੈ। ਆਪਣੇ ਮਨ ਵਿੱਚੋਂ ਉਸ ਖਿਆਲ ਨੂੰ ਮਾਰ। ਜਿਹੜਾ ਰੱਬ ਦੇ ਰਸਤੇ ਤੇ ਤੁਰਿਆ ਤੈਨੂੰ ਖਿੱਚਦਾ, ਜਿਹਨੂੰ ਗੁਰੂ ਅਰਜੁਨ ਸਾਹਿਬ ਜੀ ਕਹਿੰਦੇ ਆ ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਜੇ ਬਿਲੰਬ ਕਰਨਾ ਪਾਪ ਕਰਨ ਲੱਗਿਆਂ, ਮਾੜੇ ਖਿਆਲ ਕਰਨ ਲੱਗਿਆਂ ਬਿਲੰਬ ਕਰ, ਦੇਰੀ ਕਰ। ਚੰਗੇ ਖਿਆਲਾਂ ਚੰਗੇ ਕਾਰਜਾਂ ਲਈ ਕਦੀ ਦੇਰੀ ਨਾ ਕਰ। ਮਨਸਾ ਮਾਰ ਸੱਚ ਸਮਾਣੀ। ਇਹ ਮਨਸਾ ਇਹ ਨਹੀਂ ਹੈ ਕਿ ਮਨ ਦੀਆਂ ਸਾਰੀਆਂ ਇੱਛਾਵਾਂ ਮਾਰ ਲਓ। ਗੁਰਮਤਿ ਵਿੱਚ ਮਨ ਦੀਆਂ ਸਾਰੀਆਂ ਇੱਛਾਵਾਂ ਨੂੰ ਮਾਰਨ ਦਾ ਜ਼ਿਕਰ ਨਹੀਂ ਹੈ। ਮਨ ਦੀਆਂ ਮੈਲੀਆਂ ਇੱਛਾਵਾਂ ਨੂੰ ਕਾਬੂ ਕਰੀਏ, ਸੱਚ ਮਨ ਵਿੱਚ ਵਸਾਈਏ। ਇਨ ਮਨ ਡੀਠੀ ਸਭ ਆਵਣ ਜਾਣੀ। ਇੱਕ ਉਨਮਨ ਹੈ, ਇੱਕ ਇਨਮਨ ਹੈ। ਵੈਸੇ ਇੱਥੇ ਇਨਮਨ ਉਹ ਖਿਆਲ ਹੈ ਜਿਸ ਦਾ ਮਨ ਸੱਚੇ ਨਾਮ ਵਿੱਚ ਜੁੜ ਗਿਆ, ਸੱਚੇ ਪ੍ਰਭੂ ਦੀ ਪ੍ਰਾਪਤੀ ਦਾ ਉਹਦੇ ਅੰਦਰ ਖਿਆਲ ਹੈ। ਉਹਦੇ ਅੰਦਰ ਫਿਰ ਇੱਕੋ ਹੀ ਹੈ ਕਿ ਇਹ ਸਾਰਾ ਸੰਸਾਰ ਜਿਹੜਾ ਅਸੀਂ ਦੇਖ ਰਹੇ ਹਾਂ ਇਹ ਕੱਲ੍ਹ ਨੂੰ ਨਹੀਂ ਰਹਿਣ ਵਾਲਾ। ਫਿਰ ਇਸ ਸੰਸਾਰ ਦੀ ਇੱਛਾ ਨੂੰ ਤਿਆਗ ਕੇ ਉਸ ਨਿਰੰਕਾਰ ਦੀ ਇੱਛਾ ਕਰੀਏ ਜਿਹੜਾ ਸਦਾ ਰਹਿਣ ਵਾਲਾ ਹੈ, ਜਿਹਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਾ ਕਿ ਇਹ ਸਾਰੀ ਦੁਨੀਆ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ। ਉੱਥੇ ਜ਼ਿਕਰ ਹੈ ਸਭ ਦੁਨੀਆ ਆਵਣ ਜਾਣੀਆਂ। ਇਹੀ ਜ਼ਿਕਰ ਹੈ। ਇਸ ਮਨ ਨੇ ਦੇਖ ਲਿਆ ਕਿ ਸੰਸਾਰ ਦੇ ਨਾਲ ਜਿਹੜਾ ਮੈਂ ਮੋਹ ਲਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਇਹ ਮਨ ਡੀਠੀ, ਇਸ ਮਨ ਦੀ ਅਵਸਥਾ ਨੇ ਦੇਖ ਲਿਆ ਸਭ ਆਵਣ ਜਾਣੀ। ਸੰਸਾਰ ਆਇਆ ਤੇ ਆ ਕੇ ਜਾਏਗਾ।
ਸਤਿਗੁਰ ਸੇਵੇ ਸਦਾ ਮਨ ਨਿਹਚਲ, ਨਿਜ ਘਰ ਵਾਸਾ ਪਾਵਣਿਆ। ਗੁਰੂ ਦੀ ਜਿਹੜੀ ਉਪਦੇਸ਼ ਆਤਮਕ ਅਵਸਥਾ ਸ਼ਬਦ ਹੈ, ਉਹਦੇ ਨਾਲ ਮਨ ਨੂੰ ਟਿਕਾ ਤੇ ਟਿਕਾ ਕੇ ਇਸ ਨਿਜ ਘਰ ਵਿੱਚ, ਆਪਣੇ ਨਿਜ ਘਰ ਵਿੱਚ ਮਨ ਨੂੰ ਟਿਕਾ ਕੇ ਪ੍ਰਭੂ ਦੇ ਨਾਮ ਦਾ ਵਾਸਾ ਆਪਣੇ ਹਿਰਦੇ ਵਿੱਚ ਵਸਾ ਲੈ ਜੀ। ਗੁਰ ਕੈ ਸ਼ਬਦ ਹਿਰਦੈ ਦਿਖਾਇਆ, ਮਾਇਆ ਮੋਹ ਸ਼ਬਦ ਜਲਾਇਆ। ਸੱਚੋ ਸੱਚਾ ਵੇਖ ਸਾਲਾਹੀ, ਗੁਰ ਸ਼ਬਦੀ ਸੱਚ ਪਾਵਣਿਆ। ਗੁਰ ਕੈ ਸ਼ਬਦ ਹਿਰਦੈ ਦਿਖਾਇਆ, ਗੁਰੂ ਦੇ ਸ਼ਬਦ ਨੇ ਅੰਦਰ ਜਾਣ ਦੀ ਯਾਤਰਾ ਦਾ ਰਸਤਾ ਖੋਲ੍ਹਿਆ। ਜਿਹਨੂੰ ਇਹ ਮਨ ਸੁੰਕੜ ਆਖਿਆ। ਸੁੰਕੜ ਦਾ ਮਤਲਬ ਹੈ ਸੰਕੁਰਾ। ਕਬੀਰ ਸਾਹਿਬ ਤੇ ਗੁਰੂ ਅਮਰਦਾਸ ਦੇ ਦੋਨਾਂ ਦੇ ਬਚਨ ਨੇ ਬਾਣੀ ਵਿੱਚ। ਕਬੀਰ ਇਹ ਮਨ ਸੁੰਕੜਾ ਜਿਹਨੂੰ ਕਿਹਾ ਛੋਟਾ, ਬਿਲਕੁਲ ਬਰੀਕ ਜਾਏ। ਰਾਈ ਦਸਵੇਂ ਪਾਏ, ਮਨ ਤੋਂ ਮੈਂਗਲ ਹੋਏ ਰਹਾ, ਨਿਕਸਿਆ ਕਿਉਂ ਕਰ ਜਾਏ। ਐਸਾ ਸਤਿਗੁਰ ਜੇ ਮਿਲੇ। ਕੈਸਾ ਸਤਿਗੁਰ? ਸਤਿਗੁਰ ਸ਼ਬਦ ਰੂਪੀ, ਗਿਆਨ ਰੂਪੀ। ਐਸਾ ਸਤਿਗੁਰ ਜੇ ਮਿਲੇ, ਤੁਠਾ ਕਰੈ ਪਸਾਓ, ਮੁਕਤ ਦੁਆਰਾ ਮੋਕਲਾ, ਸਹਿਜੇ ਆਵੋ ਜਾਓ। ਇਹ ਮਨ ਗੁਰੂ ਦੇ ਸ਼ਬਦ ਵੱਲ ਤੁਰਦਾ ਹੈ ਤੇ ਗੁਰੂ ਦਾ ਸ਼ਬਦ ਇਸ ਮਨ ਨੂੰ ਫਿਰ ਪ੍ਰਭੂ ਦਾ ਰਸਤਾ ਦਿਖਾਉਂਦਾ ਹੈ। ਅੰਤਰਮੁਖੀ ਹੋਣਾ ਹਿਰਦੇ ਦੇ ਅੰਦਰ। ਮਾਇਆ ਮੋਹ ਸ਼ਬਦ ਜਲਾਇਆ। ਮਾਇਆ ਦਾ ਮੋਹ ਤੇ ਇਹ ਸਾਰੇ ਵਿਕਾਰ ਸ਼ਬਦ ਦੀ ਬ੍ਰਹਮ ਅਗਨ ਵਿੱਚ ਸੜ ਜਾਂਦੇ ਨੇ। ਇਸ ਕਰਕੇ ਅਸੀਂ ਤਪ ਆਖਦੇ ਹਾਂ ਵੀ ਅਗਲਾ ਬੰਦਾ ਤਪੀ ਹੈ, ਤਪ ਕਰਦਾ। ਇਹਦਾ ਮਤਲਬ ਕੀ ਹੈ ਕਿ ਉਹਦੇ ਅੰਦਰ ਸ਼ਬਦ ਦੀ ਅਗਨ ਪ੍ਰਚੰਡ ਹੈ, ਜਿਸ ਅਗਨ ਨੇ ਵਿਕਾਰਾਂ ਨੂੰ ਸਾੜ ਕੇ ਰੱਖਤਾ ਹੈ। ਹੁਣ ਇਹ ਵਿਕਾਰ ਕਿਹੜੀ ਹੈ? ਇਹ ਵਾਹਿਗੁਰੂ, ਇਹ ਅੱਗ ਕਿਹੜੀ ਹੈ? ਫਿਰ ਇਹ ਆਖਰੀ ਪੌੜੀ ਪੜ੍ਹ ਲਿਓ। ਜਤ ਪਹਾਰਾ ਧੀਰਜ ਸੁਨਿਆਰ, ਆਹਰਣ ਮਤ ਵੇਦ ਤਿਆਰ, ਭਾਉ ਖਲਾ ਅਗਨ ਤਪਤਾਓ। ਨਾਮ ਦੀ ਟਿਕਾ ਵਾਲੀ ਬਿਰਤੀ ਦੇ ਅੰਦਰ ਉਹ ਅਗਨੀ ਹੈ ਜਿਹਨੂੰ ਤਪ ਸ਼ਬਦ ਦੀ ਅਗਨੀ ਆਖਿਆ, ਜਿਹਨੇ ਵਿਕਾਰਾਂ ਨੂੰ ਸਾੜਨਾ ਹੈ। ਅਤੇ ਉਸ ਅੱਗ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸੁਨਿਆਰੇ ਦੀ ਭੱਠੀ ਦੇ ਨਾਲ ਬਿਲਕੁਲ ਤਜਵੀਜ਼ ਦਿੱਤੀ ਹੈ। ਜਿਵੇਂ ਸੁਨਿਆਰੇ ਦੀ ਭੱਠੀ ਅਸ਼ੁੱਧ ਨੂੰ ਸ਼ੁੱਧ ਕਰਦੀ ਹੈ, ਸੋਨੇ ਨੂੰ, ਇਵੇਂ ਮਨ ਸ਼ੁੱਧ ਹੋ ਜਾਂਦਾ ਹੈ। ਉਸ ਸ਼ਬਦ ਦੇ ਵਿੱਚ ਇਹ ਮਨ ਦਾ ਮੋਹ ਸੜ ਜਾਂਦਾ ਹੈ। ਸੱਚੋ ਸੱਚਾ ਵੇਖ ਸਾਲਾਹੀ, ਗੁਰ ਸ਼ਬਦੀ ਸੱਚ ਪਾਵਣਿਆ। ਸਾਰੀ ਤਰ੍ਹਾਂ ਬਾਹਰੋਂ ਵੀ ਸੱਚੋ ਸੱਚਾ, ਅੰਦਰ ਵੀ ਸੱਚੋ ਸੱਚਾ, ਅੰਤਰ ਬਾਹਰ ਵੇਖ ਕੇ। ਇਹੀ ਤੇ ਮਹਾਰਾਜ ਜੀ ਨੇ ਕਿਹਾ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਇਸ ਅਵਸਥਾ ਨੂੰ ਸੱਚ ਦੀ ਪ੍ਰਾਪਤੀ ਦਾ ਸਾਧਨ ਆਖਿਆ ਹੈ ਜੀ। ਜੋ ਸੱਚ ਰਾਤੇ ਤਿਨ ਸੱਚੀ ਲਿਵ ਲਾਗੀ, ਹਰ ਨਾਮ ਸੰਭਾਲੈ ਸੇਵਟ ਭਾਗੀ। ਸੱਚੇ ਸ਼ਬਦ ਆਪ ਮਿਲਾਏ, ਸਤ ਸੰਗਤ ਸੱਚ ਗੁਣ ਗਾਵਣਿਆ। ਫਿਰ ਸੱਚ ਦੀ ਗੱਲ, ਸੱਚਿਆਰਤਾ ਦੀ ਗੱਲ ਕੀਤੀ ਹੈ, ਜਿਹਦੇ ਅੰਦਰ ਸੱਚੀ ਬਾਣੀ। ਹੁਣ ਪਿੱਛੇ ਬਾਣੀ ਨੂੰ ਅੰਮ੍ਰਿਤ ਬਾਣੀ ਆਖਿਆ ਸੀ, ਇੱਥੇ ਬਾਣੀ ਸ਼ਬਦ ਨੂੰ ਸੱਚਾ ਸ਼ਬਦ, ਸੱਚੀ ਬਾਣੀ ਆਖਿਆ। ਅਰਥ ਉਹੀ ਨੇ, ਰਸਤਾ ਬਿਲਕੁਲ ਉਹੀ ਹੈ, ਮੰਜ਼ਿਲ ਉਹੀ ਹੈ। ਜਿਨ੍ਹਾਂ ਦਾ ਮਨ ਸੱਚੀ ਬਾਣੀ ਵਿੱਚ ਲਿਵ ਲਾ ਕੇ ਟਿਕ ਗਿਆ ਨਾ, ਉਹ ਪ੍ਰਭੂ ਦਾ ਨਾਮ ਸੰਭਾਲਦੇ ਨੇ। ਸੰਭਾਲਣ ਦਾ ਮਤਲਬ ਚੇਤੇ ਕਰਦੇ ਨੇ, ਅਤੇ ਉਹ ਵੱਡੇ ਭਾਗਾਂ ਵਾਲੇ ਬਣ ਜਾਂਦੇ ਨੇ। ਸਾਡੇ ਮਨ 'ਚ ਸਵਾਲ ਹੈ ਕਿ ਵੱਡੇ ਭਾਗਾਂ ਵਾਲੇ ਕਿਵੇਂ ਬਣੀਏ? ਬਾਣੀ ਨੂੰ ਜਿੰਨਾ ਮਨ 'ਚ ਵਸਾਵਾਂਗੇ, ਭਾਗ ਵੱਡੇ ਹੋਣਗੇ। ਸੱਚਾ ਸ਼ਬਦ ਆਪ ਮਿਲਾਏ, ਸਤ ਸੰਗਤ ਸੱਚ ਗੁਣ ਗਾਵਣਿਆ। ਸੱਚਾ ਸ਼ਬਦ ਦੇ ਰਾਹੀਂ ਪ੍ਰਭੂ ਆਪ ਹੀ ਸਤ ਸੰਗਤ ਵਿੱਚ ਮੌਜੂਦ ਹੁੰਦਾ ਹੈ, ਅਤੇ ਸਤ ਸੰਗਤ ਗੁਰੂ ਰਾਹੀਂ ਸਾਨੂੰ ਪ੍ਰਾਪਤ ਹੁੰਦੀ ਹੈ। ਅਤੇ ਸਤ ਸੰਗਤ ਵਿੱਚ ਬੈਠਿਆਂ ਪ੍ਰਭੂ ਦੇ ਸੱਚੇ ਦੇ ਗੁਣ ਗਾ ਕੇ ਪ੍ਰਭੂ ਨੂੰ ਆਪ ਮਿਲਿਆ ਜਾ ਸਕਦਾ, ਕਿਉਂਕਿ ਪ੍ਰਭੂ ਆਪਣੇ ਆਪ ਨੂੰ ਸਾਡੇ ਨਾਲ ਆਪ ਮਿਲਾ ਲੈਂਦੇ ਨੇ ਜੀ। ਲੇਖਾ ਪੜ੍ਹੀਐ ਜੇ ਲੇਖੇ ਵਿੱਚ ਹੋਵੇ, ਉਹ ਅਗਮ ਅਗੋਚਰ ਸ਼ਬਦ ਸੁਧ ਹੋਵੇ। ਹਰ ਦਿਨ ਸੱਚ ਸ਼ਬਦ ਸਾਲਾਹੀ, ਹੋਰ ਕੋਈ ਨਾ ਕੀਮਤ ਪਾਵਣਿਆ। ਉਹ ਜਿੰਨੀਆਂ ਸ਼ਾਈਆਂ, ਉਹ ਜਿੰਨੀਆਂ ਕਲਮਾਂ, ਜਿੰਨੀ ਮਤ ਸੁਧ ਅੱਖਰ ਸਭ ਸੜ ਜਾਣਗੇ, ਮੁੱਕ ਜਾਣਗੇ, ਪਰ ਰੱਬ ਦੇ ਲੇਖੇ ਫਿਰ ਵੀ ਲਿਖੇ ਨਹੀਂ ਜਾ ਸਕਣਗੇ। ਰੱਬ ਦੀ ਕਥਾ, ਪ੍ਰਭੂ ਦੀ ਕਥਾ ਫਿਰ ਵੀ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਗੁਰੂ ਅਮਰਦਾਸ ਜੀ ਨੂੰ
आवो संत प्यारियो अकथ की करह कहानी, करह कहानी अकथ केरी कित द्वारे पाई है। कहानी अकथ दी रहेगी पर अंदरों सानू द्वारा अपना प्रभु मिल जाएगा। पर प्रभु मिल के किसी ने प्राप्त करके ये नहीं किया कि मैं कथ लिया, प्राप्त करके भी वो कथ ही रहेगा। इस करके सतगुरु जी कहते हुण ये रोज़ पढ़ते हैं कि इन्हां अखरां दे राहीं असीं रब नूं चेते करते हैं, पर जिन ये लिखे तिस सिर नाहे जिव फुरमाहे तिव तिव पाहे। जिस रब तो ये अखर आए ने ना, पर इन्हां अखरां नाल उस रब नूं नहीं तू पा सकदा, भाव कि उस अखरां विच रब नूं नहीं तू बयान कर सकदा, जिन्हें मर्जी ज्ञान हो जाए। महाराज जी का एक फरमान है, ये अखर खिर जाएंगे वो अखर इनमें ना है। ये अखर भी खत्म हो जाएंगे, महाराज जी कहते हैं, जिहड़े अखर मनुख ने अपनी मत विच लिखे ने। क्यों? अपनी मत विच रब की प्राप्ति नहीं हो सकती। दुनिया के सारे अखर खिर जाएंगे, पर ये शब्द, ये बाणी, ये अखर कोई मनुखी मत दे नहीं है। ये शब्द, ये साची बाणी, ये सच सचियारता की बाणी, तुरकी बाणी, ये गुरु नानक साहब कहते मेरी मत नहीं है, जैसी मैं आवे खसम की बाणी। गुरु अंगद साहब कहते अमृत बाणी तत्त वखाणी। गुरु अमरदास जी कहते ये सच्ची बाणी है, आवो सिख सतगुर के प्यारिओ गावो। जे बंदे ने मैं आखी होंदी तो झूठी होंदी, ये तो प्रभु दी है। तो गुरु रामदास जी ने कहा सतगुर की बाणी सत, सत कर जानो गुर सिखो। मैं नहीं बोल रहा, हर करता आप मूँह कढ़ाए। गुरु अर्जुन साहब जी कहते तुर की बाणी आई तिन सगली चिंत मिटाई। इसी गल नूं सतगुर कहते हैं कि मनुखी मत दे विच रब नहीं आ सकदा। लेखा पढ़िए जे लेखे विच होवे, लिख पढ़ करके उस रब का अंत पा लिया जाए, पर वो लिख पढ़त दे विच लेखे विच है ही नहीं। वो अगम अगोचर शब्द सुध होवे। हाँ, इस सच्ची बाणी तो तुहानूं सोझी मिल सकती है। इनू अखर ना समझियो, लोग जाने ये गीत है, ये भुलेखा ना खायो, ये तो ब्रह्म विचार। कोई काव रचना मनी बैठा इनू, वो भुल है। कोई इनू सिर्फ अखरां दा जोड़ मनी बैठा, वो महा भटकिया होया। ये सच्ची बाणी है। गुरु अमरदास जी कहते ये विच शुद्ध सुध सोझी है। अंदिन सच शब्द सलाही, होर कोई ना कीमत पावणिया। जिहड़ा रात दिन हर रोज़ इस सच्चे शब्द की सलाह करता है, उही प्रभु के नाम की कीमत, प्रभु की कीमत पाउंदा है। होर कोई उहदी कीमत नहीं पा सके जी। पढ़ थाके शांत न आई, तृष्णा जाले सुध ना काई। बिख बिहाज है बिख मोह प्यासे, कूड़ बोल बिख खावणिया। इस करके संसार दे अपने अपने लोगों ने बड़े प्रपंच किए, पढ़ पढ़ थाके शांत ना आई। पर जिन्होंने मन के अंदर टिका ही नहीं आया। पढ़ पढ़ के भावें हो धरती ते कोई धर्मां का ज्ञान घट थोड़ी है। ताइयों सतगुरु नूं पुछया सी कि भी पहला इन्ना ग्रंथ इन्ना ज्ञान पिया, हुण इस बाणी की की लोड़। महाराज जी ने कहा सी इहदे विच कोई गाथा नहीं, कोई कहानियाँ नहीं, कोई होर नहीं, इहदे विच सिर्फ रब की गल है। होर जे इनू जिन्ना मर्जी तुसी बाणी नूं जां जिन्ने मर्जी विद्वान कहण ना, नहीं जी असी फिल्टर करके वेखांगे इस बाणी नूं, असी देखांगे की है, कर करके थक जाणगे। सिर्फ एक पार ब्रह्म परमेश्वर के नाम की चीज़ होएगी। बड़े बड़े लॉर्ड डलहौजी के समय हैनरी लॉरेंस 1839 तो बाद ना बड़े बड़े प्रोजैक्ट्स किए गए सी गुरु ग्रंथ साहब जी नूं समझण बारे, बई गुरु के ये सिखां नूं की ताकत देंदा। पहला फिर एमैलगमेट करिए, कुछ करिए। ਜਿਹੜੇ तुरे सन ना रिसर्च करने वास्ते, वो सिख बन गए सन। अंत दे विच हैरान हो जाओगे तुसी। मैकलॉड का तुसी नाम सुनिया होएगा, मैकैलिफ का नाम, MA मैकैलिफ वर्गे। अंत दे विच वो सिख बन गए सी। अज भी उन्हां दा बड़े पिंड जिहड़े ने UK दे विच, उन्हां दियां थावां, उन्हां दे जिथे वो रहिंदे सन, वो उन्होंने सिखी के नाम ते ही डोनेट की। वही निशानियां ने कि अंत दे विच वो सिख ही केसाधारी होए ने, वो सिक्खी वाले हो गए। शब्द की ताकत इन्नी है कि अंदरों भी सचियार होंदा है तो बाहरों भी कोई गुरु का सिख नरोआ हो जाता है। वो बिल्कुल जिन्हों गुरु साहब कहते ना, साबित सूरत दस्तार सिरा,
ਇਹ ਅਵਸਥਾ ਕੱਲੀ ਇਹ ਮੁਸਲਮਾਨਾਂ ਲਈ ਨਹੀਂ ਹੈ, ਇਹ ਸਾਰੀ ਕਾਇਨਾਤ ਨੂੰ ਸਤਿਗੁਰ ਨੇ ਸਾਬਤ ਸੂਰਤ ਆਖਿਆ। ਜੇ ਸਾਰੀ ਕਾਇਨਾਤ ਨਾਲ ਛੇੜਛਾੜ ਕਰੋਗੇ ਸਭ ਗਰਕ ਹੋ ਜਾਏਗੀ, ਜੇ ਆਪਣੇ ਅੰਦਰ ਤੇ ਆਪਣੇ ਬਾਹਰ ਨਾਲ ਛੇੜਛਾੜ ਕਰੋਗੇ ਤੇ ਅਸੀਂ ਵੀ ਗਰਕ ਹੋ ਜਾਵਾਂਗੇ। ਸਤਿਗੁਰ ਜੀ ਨੇ ਇਹ ਗੱਲ ਕੀਤੀ, ਪੜ ਪੜ ਥਾਕੇ ਸ਼ਾਂਤ ਨਾ ਆਈ, ਤ੍ਰਿਸ਼ਨਾ ਜਾਲੇ ਸੁਧ ਨਾ ਕਾਈ। ਤ੍ਰਿਸ਼ਨਾ ਵਿੱਚ ਸੜਦੇ ਪਏ ਹਾਂ, ਕੋਈ ਸੋਝੀ ਨਹੀਂ, ਬਿਖ ਬਿਹਾਜੈ ਮਾਇਆ ਦਾ ਹੀ ਬਿਹਾਜ ਵਰਤ ਰਹੇ ਹਾਂ। ਬਿਖ ਮੋਹ ਪਿਆਸੇ, ਹੋਰ ਹੋਰ ਇਕੱਠੀ ਕਰਨ ਦੀ ਅੰਦਰ ਮੋਹ ਤੇ ਪਿਆਸ ਹੈ। ਕੂੜ ਬੋਲ ਬਿਖ ਖਾ ਬਣਿਆ, ਕੂੜ ਬੋਲ ਝੂਠ ਬੋਲ ਬੋਲ ਕੇ ਅਸੀਂ ਇਸ ਬਿਖ ਨੂੰ ਹੀ ਸੰਗਰੀ ਜਾ ਰਹੇ ਹਾਂ, ਬਿਖ ਨੂੰ ਹੀ ਖਾਈ ਜਾ ਰਹੇ ਹਾਂ। ਸਾਨੂੰ ਅੰਮ੍ਰਿਤ ਦੀ ਸੋਝੀ ਨਹੀਂ ਹੈ ਜੀ। ਗੁਰ ਪ੍ਰਸਾਦੀ ਏਕੋ ਜਾਣਾ, ਦੂਜਾ ਮਾਰ ਮਨ ਸੱਚ ਸਮਾਣਾ। ਨਾਨਕ ਏਕੋ ਨਾਮ ਵਰਤੈ ਮਨ ਅੰਤਰ, ਗੁਰ ਪ੍ਰਸਾਦੀ ਪਾਵਣਿਆ। ਸਤਿਗੁਰੂ ਜੀ ਫਿਰ ਗੁਰੂ ਅਮਰਦਾਸ ਜੀ ਗੁਰ ਪ੍ਰਸਾਦੀ ਏਕੋ ਜਾਣਾ, ਗੁਰੂ ਦੀ ਕਿਰਪਾ ਵੱਲ ਇਸ਼ਾਰਾ ਕਰਦੇ ਨੇ, ਜਿਹੜੀ ਕਿਰਪਾ ਆਦਿ ਗੁਰੂ ਨਾਨਕ ਸਾਹਿਬ ਤੋਂ ਹੀ ਆਈ ਹੈ। ਦੂਜਾ ਮਾਰ ਮਨ ਸੱਚ ਸਮਾਣਾ, ਦੁਬਿਧਾ ਨੂੰ ਖਤਮ ਕਰਕੇ ਮਨ ਸੱਚੇ ਇੱਕ ਦੇ ਵਿੱਚ ਟਿਕ ਜਾਏ, ਸਮਾ ਜਾਏ। ਨਾਨਕ ਏਕੋ ਨਾਮ ਵਰਤੈ ਮਨ ਅੰਤਰ, ਗੁਰ ਪ੍ਰਸਾਦੀ ਪਾਵਣਿਆ। ਏਕੋ ਨਾਮ ਧਿਆਏ ਮਨ ਮੇਰੇ, ਕਾਰਜ ਤੇਰਾ ਹੋਏ ਪੂਰਾ। ਇੱਕੋ ਨਾਮ ਤੂੰ ਧਿਆਏਂਗਾ ਤੇ ਜੀਵਨ ਦਾ ਕਾਰਜ ਸਫਲ ਹੋਏਗਾ। ਇਹੀ ਅੰਦਰ ਵਰਤੇ ਤੇ ਇਹ ਕਿਰਪਾ ਦੇ ਨਾਲ ਹੀ ਹੁੰਦਾ ਹੈ। ਗੁਰੂ ਦੀ ਪ੍ਰਸਾਦ ਵਾਲੀ ਅਵਸਥਾ, ਬਖਸ਼ਿਸ਼ ਵਾਲੀ ਅਵਸਥਾ, ਗੁਰ ਪ੍ਰਸਾਦੀ ਪਾਵਣਿਆ। ਜੇ ਸਤਿਗੁਰ ਨਦਰ ਕਰਨਗੇ ਤੇ ਇਹ ਦਾਤ ਦੀ ਪ੍ਰਾਪਤੀ ਹੋਏਗੀ। ਸਤਿਗੁਰ ਜੀ ਬਖਸ਼ਿਸ਼ ਕਰਨ। ਇੱਥੇ ਸਮੇਂ ਦੀ ਸਮਾਪਤੀ ਹੈ। ਆਓ ਜੀ ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਮੁਬਾਰਕਾਂ ਤੇ ਵਧਾਈਆਂ ਸਾਂਝੀਆਂ ਕਰੀਏ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਰੀਰਕ ਉਮਰ ਵਿਦਵਾਨਾਂ ਨੇ 18 ਤੋਂ 19 ਸਾਲ ਦੱਸੀ ਹੈ। ਜਦ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਸਨ ਤੇ ਉੱਥੇ ਮੋਦੀਖਾਨੇ ਵਿੱਚ ਨੌਕਰੀ ਕਰ ਰਹੇ ਸਨ। ਸਤਿਗੁਰੂ ਜੀ ਨੇ 13 ਉੱਥੇ ਵਰਤਾ ਕੇ ਕੌਤਕ ਵਰਤਾਏ। ਸੁਲਤਾਨਪੁਰ ਲੋਧੀ ਦੇ ਨਵਾਬ ਦੇ ਦੰਦਾਂ 'ਚ ਇੱਕ ਵਾਰ ਤੋਂ ਵੱਧ ਉਂਗਲਾਂ ਦਵਾਈਆਂ। ਜਦ ਸਤਿਗੁਰੂ ਜੀ ਨੇ ਨਮਾਜ਼ ਅਦਾ ਕਰਨ ਦੀ ਗੱਲ ਕੀਤੀ ਸੁਲਤਾਨਪੁਰ ਲੋਧੀ, ਤੇ ਸਤਿਗੁਰੂ ਜੀ ਨੇ ਦੱਸਤਾ ਤੇ ਨਾ ਕਾਜ਼ੀ ਨਮਾਜ਼ ਪੜ੍ਹ ਰਿਹਾ ਤੇ ਨਾ ਇੱਥੇ ਹੋਰ ਕੋਈ ਨਮਾਜ਼ ਪੜ੍ਹ ਰਹੇ ਨੇ। ਪਰ ਉਹ ਕਹਿੰਦੇ ਨਹੀਂ ਜੀ, ਅਸੀਂ ਝੁਕੇ ਹਾਂ, ਅਸੀਂ ਕਲਮਾਂ ਵੀ ਪੜ੍ਹੀਆਂ ਨੇ, ਅਸੀਂ ਸਜਦਾ ਵੀ ਕੀਤਾ। ਮਹਾਰਾਜ ਕਹਿੰਦੇ ਬੋਡੀ ਜਿਮਨੈਸਟਿਕਸ ਨਮਾਜ਼ ਨਹੀਂ ਹੁੰਦੀ, ਰੱਬ ਦੀ ਬੰਦਗੀ ਹੈ, ਸਰੀਰ ਦੀ ਕਿਰਿਆ ਨਹੀਂ ਹੁੰਦੀ। ਮਨ ਦਾ ਹਾਜ਼ਰ ਹੋਣਾ ਹੀ ਰੱਬ ਦੀ ਅਸਲ ਇਬਾਦਤ ਹੈ। ਇਹਨੂੰ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਬੜੀ ਸਾਰੀ 5 ਵਕਤ ਦੀਆਂ ਨਮਾਜ਼ਾਂ ਦਾ ਜ਼ਿਕਰ ਆਇਆ ਕਿ ਮਹਾਰਾਜ ਕਹਿੰਦੇ ਸਿਦਕ ਕਰ ਸਜਦਾ ਮਨ ਕਰ ਮਕਸੂਦ, ਜਿਹੇ ਧਿਰ ਦੇਖਾਂ ਤਹਿ ਧਿਰ ਮੌਜੂਦ। ਕੋਈ ਇੱਕ ਥਾਂ ਥੋੜ੍ਹੀ ਰੱਬ ਹੈ। ਫਿਰ ਜੇ ਮਨ ਜੇ ਸਿਦਕ ਵਿੱਚ ਆ ਜਾਏਗਾ, ਮਨ ਰੱਬ ਦੇ ਨਾਮ ਤੇ ਸਜਦਾ ਕਰੇਗਾ, ਫਿਰ ਜਿੱਥੇ ਵੇਖੇਗਾ ਉਥੇ ਤੈਨੂੰ ਖੁਦਾ ਹੀ ਦਿਸੇਗਾ, ਵਾਹਿਗੁਰੂ ਦਿਸੇਗਾ ਤੈਨੂੰ ਸਾਰੀ ਥਾਂ 'ਤੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਿਸ ਵੇਲੇ ਲੇਖਾ ਜੋਖਾ ਹੋਇਆ ਮੋਦੀ ਖਾਨੇ ਦਾ, ਤੇ ਵਾਧਾ ਹੀ ਨਿਕਲਿਆ। ਤੇ ਜਦ ਕਿ ਸੁਲਤਾਨਪੁਰ ਲੋਧੀ ਦਾ ਕੋਈ ਗਰੀਬ ਰਾਤੀ ਭੁੱਖਾ ਨਹੀਂ ਸੌਂਦਾ ਸੀ, ਜਦ ਤੋਂ ਗੁਰੂ ਨਾਨਕ ਸਾਹਿਬ ਨੇ ਮੋਦੀ ਖਾਨੇ ਦਾ ਸਾਂਭਿਆ ਹੋਇਆ ਸੀ ਪ੍ਰਬੰਧ, ਤੇ ਸਤਿਗੁਰੂ ਜੀ ਖੁੱਲ੍ਹਾ ਵੰਡਦੇ ਸਨ, 13 ਤੋਲਦੇ ਸਨ। ਇਹ ਗੱਲਾਂ ਸੁਲਤਾਨਪੁਰ ਲੋਧੀ ਦੇ ਨਵਾਬ ਨੂੰ ਹਿਲਾ ਕੇ ਰੱਖਤੀਆਂ। ਤੀਜੀ ਜਿਹੜੀ ਗੱਲ ਹੋਈ ਨਾ, ਜਦ ਗੁਰੂ ਨਾਨਕ ਸਾਹਿਬ ਬੇਈ ਨਦੀ ਤੋਂ ਬਾਹਰ ਆਏ ਤੇ ਜਦ ਸੁਲਤਾਨਪੁਰ ਲੋਧੀ ਦਾ ਨਵਾਬ ਵੀ ਉੱਥੇ ਪਹੁੰਚਿਆ ਗੁਰੂ ਨਾਨਕ ਸਾਹਿਬ ਨੂੰ ਦੇਖਣ ਲਈ, ਮਿਲਣ ਲਈ, ਪਰ ਗੁਰੂ ਨਾਨਕ ਸਾਹਿਬ ਮਿਲੇ ਨਹੀਂ, ਜਾ ਕੇ ਸ਼ਮਸ਼ਾਨ ਘਾਟ ਬਹਿ ਗਏ। ਫਿਰ ਸਾਰਾ ਸੁਲਤਾਨਪੁਰ ਪਿੱਛੇ ਤੇ ਜਦ ਗੁਰੂ ਨਾਨਕ ਸਾਹਿਬ ਦਾ ਉਹ ਕੌਤਕ, ਉਹ ਅਸਚਰਜ, ਉਹ ਜਾਹੋ ਜਲਾਲ ਦੇਖਿਆ ਤੇ ਵੱਡੇ ਵੱਡੇ ਚੁੱਪ ਹੋ ਗਏ। ਜੋਗੀਆਂ ਨੂੰ ਜੋਗ ਭੁੱਲ ਗਿਆ, ਤਪੀਆਂ ਨੂੰ ਤਪ ਭੁੱਲ ਗਿਆ, ਧਿਆਨੀਆਂ ਨੂੰ ਧਿਆਨ ਤੇ ਗਿਆਨੀਆਂ ਨੂੰ ਗਿਆਨ ਭੁੱਲ ਗਿਆ। ਫਿਰ ਉਸ ਵੇਲੇ ਸੁਲਤਾਨਪੁਰ ਲੋਧੀ ਦੇ ਨਵਾਬ ਨੇ ਸੁਨੇਹਾ ਭੇਜਿਆ ਸੀ ਨਾ, ਜਾਓ ਗੁਰੂ ਨਾਨਕ ਨੂੰ ਲੈ ਕੇ ਆਓ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਜਦ ਲੈਣ ਆਇਆ ਸੀ ਸੁਲਤਾਨਪੁਰ ਲੋਧੀ ਨਵਾਬ ਦਾ ਕਾਸਦਾ ਵਜ਼ੀਰ, ਕਿ ਤੁਹਾਨੂੰ ਬੁਲਾਇਆ ਨਵਾਬ ਨੇ, ਤੇ ਗੁਰੂ ਨਾਨਕ ਸਾਹਿਬ ਨੇ ਇੱਕੋ ਹੀ ਜਵਾਬ ਦਿੱਤਾ ਸੀ, ਹਮਕੋ ਕਿਆ ਪਰਵਾਹ ਪੜੀ ਹੈ ਤੇਰੇ ਨਵਾਬ ਕੀ। ਕਿਉਂ? ਕਿਉਂਕਿ ਅਸਲ ਨਵਾਬੀ ਗੁਰੂ ਨਾਨਕ ਸਾਹਿਬ ਲੈ ਆਏ ਸੀ, ਜਿਸ ਨਵਾਬੀ ਨੂੰ ਕੋਈ ਹੁਣ ਖਤਮ ਨਹੀਂ ਕਰ ਸਕਦਾ, ਕੋਈ ਖੋ ਨਹੀਂ ਸਕਦਾ। ਜਿਹਨੂੰ ਕਿਹਾ ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਫਿਰ ਉਹਨੇ ਦੁਬਾਰਾ ਭੇਜਿਆ ਕਿ ਸਤਿਗੁਰ ਜੀ ਤੁਸੀਂ ਦੀਦਾਰ ਬਖਸ਼ੋ।
फिर गुरु नानक साहब उठ के गए, पर सिजदा नहीं किया नवाब दे अगे। सतगुरु जी ने दस्त पंजा किया, हथ मिलाया, कहते बराबर दे नाल दस्त पंजा किया जाता है। तू इत्थे दा नवाब है, तो सानू सतगुरां ने वड्डे पार ब्रह्म पुरख ने इस सारी कायनात की नवाबी बख्शी है। ਵੱਡੇ ਵੱਡੇ ਨਵਾਬਾਂ ਨੂੰ ਤਾਰਨ ਵਾਸਤੇ, ਪਰ ਇੱਥੇ ਅਹੰਕਾਰ ਨਹੀਂ ਹੈ, ਇਹ ਨਿਮਰਤਾ ਦਾ ਸੂਚਕ ਸੀ। ਪਰ ਸਤਿਗੁਰੂ ਜੀ ਨੇ ਸੁਲਤਾਨਪੁਰ ਲੋਧੀ ਦੇ ਨਵਾਬ ਦੇ ਜਰੀਏ ਸਾਰੀ ਧਰਤੀ ਦੇ ਨਵਾਬਾਂ ਨੂੰ ਕਹਿਤਾ ਸੀ ਕਿ ਗੁਰੂ ਨਾਨਕ ਕਿਸੇ ਦੀ ਥਾਲੀ ਚੱਟਦਾ ਨਹੀਂ ਹੈ, ਕਿਸੇ ਦੇ ਤਲਵੇ ਚੱਟਣ ਵਾਲਾ ਨਹੀਂ ਹੈ। ਸੱਚ ਦੇ ਨਾਮ ਤੇ ਭਾਵੇਂ ਕੋਈ ਮਰਜ਼ੀ ਆ ਜੇ, ਮੌਤ ਦਾ ਡਰ ਨਹੀਂ ਹੈ, ਪਰ ਸੱਚ ਪੁਰਾਣਾ ਨਹੀਂ ਹੋਏਗਾ। ਸੱਚ ਨੂੰ ਕਦੀ ਵੀ ਝੁਕਾ ਨਹੀਂ ਕੋਈ ਸਕਦਾ, ਤੇ ਉਹੀ ਸੱਚ ਗੁਰੂ ਨਾਨਕ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੁਲਤਾਨਪੁਰ ਲੋਧੀ ਮਾਤਾ ਜੀ ਪਿਤਾ ਜੀ ਆਏ, ਤੇ ਮਾਤਾ ਤ੍ਰਿਪਤਾ ਜੀ ਨੇ ਇਹ ਪ੍ਰੇਮ ਵਿੱਚ ਕਿਹਾ ਕਿ ਹੁਣ ਉਮਰ ਹੈ ਵਿਆਹ ਦੀ। ਤੇ ਸਤਿਗੁਰੂ ਜੀ ਨੇ ਇਹ ਕਿਹਾ ਜੀ ਮਾਂ ਉਮਰ ਹੋ ਗਈ ਹੈ। ਕਹਿੰਦੇ ਹਾਂ, ਹੁਣ ਚੌਖੀ ਨੌਕਰੀ ਕਰ ਰਹੇ ਹੋ ਤੁਸੀਂ, ਚੰਗਾ ਕਾਰੋਬਾਰ ਹੈ, ਤੇ ਮੰਤਰੀ ਦਾ ਤੁਹਾਨੂੰ ਖਿਤਾਬ ਮਿਲਿਆ ਹੋਇਆ, ਪਦਵੀ ਮਿਲੀ ਹੋਈ ਹੈ, ਹੁਣ ਤੁਸੀਂ ਵਿਆਹ ਕਰੋ, ਗ੍ਰਸਤ ਸ਼ੁਰੂ ਕਰੋ। ਫਿਰ ਉਸ ਵੇਲੇ ਭਾਈਆ ਜੈ ਰਾਮ ਜੀ, ਜੀਜਾ ਜੀ ਨੂੰ ਭਾਈਆ ਆਖਿਆ ਗਿਆ। ਅੱਜ ਵੀ ਜਿਹੜੇ ਲਹਿੰਦੇ ਵੱਲ ਨੇ ਉਹ ਭਾਈਆ ਜੀ ਹੀ ਆਖਦੇ ਨੇ ਜੀਜਿਆਂ ਨੂੰ, ਪੁਰਾਣੇ ਬਜ਼ੁਰਗ। ਭਾਈਆ ਜੈ ਰਾਮ ਜੀ ਨੂੰ ਫਿਰ ਇਸ਼ਾਰਾ ਕੀਤਾ ਗਿਆ ਮਹਿਤਾ ਕਾਲੂ ਜੀ ਵੱਲੋਂ ਕਿ ਕੋਈ ਚੰਗਾ ਸਾਖ ਤੁਹਾਡੀ ਨਜ਼ਰ ਦੇ ਵਿੱਚ ਹੋਏ ਤੇ ਕਰਿਓ। ਫਿਰ ਭਾਈਆ ਜੈ ਰਾਮ ਜੀ ਦੀ ਮਿੱਤਰਤਾ ਬਟਾਲੇ ਦੇ ਇੱਕ ਐਸੇ ਮੂਲ ਚੰਦ ਵਪਾਰੀ ਦੇ ਨਾਲ ਸੀ, ਜਿਹੜੇ ਉੱਥੇ ਰੰਧਾਵੇ ਜੱਟਾਂ ਦੀ ਜ਼ਮੀਨਾਂ ਦਾ ਸਾਰਾ ਹਿਸਾਬ ਕਿਤਾਬ ਕਰਦੇ ਸੀ, ਰੰਧਾਵਿਆਂ ਦਾ। ਉਹ ਵੀ ਚੰਗੇ ਚੌਖੇ ਪੜ੍ਹੇ ਲਿਖੇ ਤੇ ਚੰਗੇ ਪਰਿਵਾਰੀ ਤੇ ਖਾਨਦਾਨੀ ਸਨ। ਤੇ ਉਸ ਵੇਲੇ ਭਾਈਆ ਜੈ ਰਾਮ ਜੀ ਨੇ ਸੁਲਤਾਨਪੁਰ ਲੋਧੀ ਤੋਂ ਨੌਕਰ ਭੇਜ ਕੇ ਤੇ ਬਟਾਲੇ ਦੀ ਧਰਤੀ ਤੋਂ ਮੂਲ ਚੰਦ ਨੂੰ ਸੱਦ ਲਿਆ, ਘੱਲ ਕੇ ਬੁਲਾ ਲਿਆ। ਜਦ ਮੂਲ ਚੰਦ ਜੀ ਆਏ ਤੇ ਫਿਰ ਉੱਥੇ ਭਾਈਆ ਜੈ ਰਾਮ ਜੀ ਨੇ ਉਂਗਲ ਇਸ਼ਾਰਾ ਕਰਕੇ ਕਿਹਾ ਉਹ ਨੇ ਗੁਰੂ ਨਾਨਕ ਸਾਹਿਬ ਜੀ। ਤੇ ਮੈਨੂੰ ਪਤਾ ਹੈ ਤੁਹਾਡੀ ਧੀ ਰਾਣੀ ਸੁਲੱਖਣੀ ਜੀ ਉਹ ਵੀ ਵਿਆਹ ਵਰਣ ਦੀ ਉਮਰ ਦੇ ਵਿੱਚ ਹੈਗੇ ਆ, ਪੈਰ ਧਰਿਆ। ਤੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਤੁਹਾਡੀ ਧੀ ਦਾ ਵਿਆਹ ਕੀਤਾ ਜਾਏ। ਉਹਦੇ ਵਾਰੇ ਨਿਆਰੇ ਹੋ ਗਏ, ਉਹਨੂੰ ਗੱਲ ਨਾ ਸੁੱਝੇ ਮੈਂ ਕੀ ਆਖਾਂ ਕਿ ਮੈਂ ਭਾਈਆ ਜੈ ਰਾਮ ਜੀ ਦਾ ਧੰਨਵਾਦ ਕਰਾਂ ਕਿ ਮੈਂ ਸੋਹਿਲੇ ਪੜਾਂ ਕਿ ਉਹ ਕਹਿੰਦੇ ਜੀ ਸਾਡੇ ਤੇ ਦਿਨ ਹੀ ਬਦਲ ਗਏ। ਜੇ ਇਸ ਤਰ੍ਹਾਂ ਹੋਏਗਾ, ਉਹਨੇ ਆਪਣੇ ਰੱਬ ਨੂੰ ਸ਼ੁਕਰ ਕੀਤਾ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਜੈ ਜੈਕਾਰ ਉਸ ਵੇਲੇ ਬਹੁਤ ਹੋ ਚੁੱਕੀ ਸੀ। ਸਤਿਗੁਰੂ ਜੀ ਦਾ ਜਿਹੜਾ ਉਸ ਪਾਵਨ ਧਰਤੀ 'ਤੇ ਜਿਹੜਾ ਪ੍ਰਬੰਧ ਔਰ ਪ੍ਰਤਾਪ ਸੀ ਨਾ, ਉਹ ਪ੍ਰਗਟ ਹੋ ਚੁੱਕਾ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਿਆਹ ਦੀ ਤਿਆਰੀ ਵਾਸਤੇ ਫਿਰ ਸੁਲਤਾਨਪੁਰ ਲੋਧੀ ਨੇ ਸਿਰ ਝੁਕਾ ਕੇ ਐਂ ਝੁਕ ਕੇ ਹੱਥ ਜੋੜ ਕੇ ਭਾਈਆ ਜੈ ਰਾਮ ਨੂੰ ਕਿਹਾ ਸੀ, ਜੇ ਵਿਆਹ ਦੇ ਵਿੱਚ ਸੁਲਤਾਨਪੁਰ ਲੋਧੀ ਦਾ ਨਵਾਬ ਕੋਈ ਸੇਵਾ ਕਰ ਸਕਦਾ ਤੇ ਦੱਸੋ। ਤੇ ਫਿਰ ਭਾਈਆ ਜੈ ਰਾਮ ਜੀ ਨੇ ਕਿਹਾ ਸੀ ਜੋ ਤੇਰੀ ਮੌਜ ਆ ਉਹ ਕਰ। ਕਹਿੰਦਾ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਦੇ ਪੜਾਅ ਦੇ ਤੰਬੂ, ਹਾਥੀ, ਘੋੜੇ, ਗੱਡੇ, ਲੱਦਣ ਦੇ ਸਮਾਨ, ਖੱਚਰ ਜਿੰਨੇ ਚਾਹੀਦੇ ਉਹ ਸੁਲਤਾਨਪੁਰ ਲੋਧੀ ਦੇ ਨਵਾਬ ਵੱਲੋਂ ਦਿੱਤੇ ਜਾਣਗੇ। ਸੋ ਇਹ ਪ੍ਰਬੰਧ ਜਿਹੜਾ ਹੁਣ, ਕਿਉਂਕਿ ਬਰਾਤ ਅੱਧੀ ਜਿਹੜੀ ਹੈ ਉਹ ਅੱਧਾ ਹਿੱਸਾ ਰਾਏ ਭੋਜ ਦੀ ਤਲਵੰਡੀ ਤੋਂ ਉੱਠ ਕੇ ਆਉਣੀ ਸੀ, ਜਿੱਥੋਂ ਸਾਰਾ ਪਰਿਵਾਰ ਹੈ, ਮਾਤਾ ਜੀ ਤੇ ਪਿਤਾ ਜੀ। ਇਹ ਰਾਏ ਭੋਜ ਦੀ ਤਲਵੰਡੀ ਦੇ ਸਾਰੇ ਪਿਆਰ ਵਾਲੇ, ਭਾਵੇਂ ਉਹ ਰਾਏ ਬੁਲਾਰ ਜੀ ਨੇ, ਉਹਨਾਂ ਦਾ ਸਾਰਾ ਪਰਿਵਾਰ ਹੈ, ਉੱਥੇ ਭੱਟੀ ਪਰਿਵਾਰ ਹੈ, ਉੱਥੇ ਜਿੰਨੇ ਵੀ ਨੇ, ਉੱਥੇ ਬੇਦੀਆਂ ਦੇ ਕੁਲ ਦੇ ਨੇ, ਉਹਨਾਂ ਨੇ ਸਭ ਤੋਂ ਪਹਿਲਾਂ ਆ ਕੇ ਪੜਾ, ਕਿਉਂਕਿ ਉਹ ਬਰਾਤ ਉੱਥੋਂ ਤੁਰੀ ਹੈ ਨਨਕਾਣਾ ਸਾਹਿਬ ਦੀ ਧਰਤੀ ਤੋਂ, ਰਾਏ ਭੋਜ ਦੀ ਤਲਵੰਡੀ ਤੋਂ। ਉਹ ਉੱਠ ਕੇ ਪਹੁੰਚੀ ਹੈ ਸਭ ਤੋਂ ਪਹਿਲਾਂ ਖਡੂਰ ਦੀ ਧਰਤੀ 'ਤੇ। ਖਡੂਰ ਦੀ ਧਰਤੀ 'ਤੇ ਉਹਨਾਂ ਨੇ ਪੜਾਅ ਕੀਤਾ। ਫਿਰ ਬਿਆਸਾ ਦਰਿਆ ਨੂੰ ਟੱਪ ਕੇ ਉਹ ਜਿਹੜਾ ਦੂਜਾ ਪੜਾਅ ਕੀਤਾ ਉਹ ਪੜਾਅ ਹੋਇਆ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ। ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸੰਗ ਕਰਕੇ ਸੁਲਤਾਨਪੁਰ ਲੋਧੀ ਦੇ ਨਿਵਾਸੀਆਂ ਦਾ, ਨਵਾਬ ਦਾ ਇਹ ਸਾਰਾ ਸੰਗ ਹੋਇਆ ਤੇ ਬੜਾ ਵੱਡਾ ਕਾਫਲਾ ਤਿਆਰ ਹੋ ਗਿਆ। ਪਿੱਛੋਂ ਨਨਕਾਣਾ ਸਾਹਿਬ ਦੀ ਧਰਤੀ, ਖਡੂਰ ਸਾਹਿਬ ਦੇ ਲੋਕ, ਬਿਆਸਾਂ ਦੇ ਕੰਢੇ ਦੇ ਪਿਆਰ ਵਾਲੇ ਜਿਨ੍ਹਾਂ ਨੇ ਸੁਣਿਆ ਬਾਬੇ ਦਾ ਵਿਆਹ, ਸਾਰੇ ਕਾਫਲੇ ਦੇ ਵਿੱਚ ਤੁਰੇ ਨੇ, ਸਾਰੇ ਤਿਆਰੀਆਂ ਕਰਕੇ ਤੁਰੇ ਨੇ। ਫਿਰ ਇਹ ਕਾਫਲਾ ਕੁਝ ਦਿਨ ਵਾਸਤੇ, ਇੱਕ ਦੋ ਦਿਨ ਨਹੀਂ, ਲਗਾਤਾਰ ਕਈ ਦਿਨ ਸੁਲਤਾਨਪੁਰ ਟਿਕੇ ਨੇ। ਇੱਥੋਂ ਤਿਆਰੀਆਂ ਹੋਈਆਂ ਨੇ, ਇੱਥੇ ਸ਼ਗਨ ਸਾਰੇ ਤਿਆਰ ਕੀਤੇ ਗਏ ਨੇ, ਇੱਥੇ ਸਾਰੇ ਬਸਤਰ ਤਿਆਰ ਕੀਤੇ ਗਏ ਨੇ। ਮਾਤਾ ਪਿਤਾ ਜੀ ਨੇ ਸਾਰੀਆਂ ਤਿਆਰੀਆਂ ਕੀਤੀਆਂ। ਭੈਣ ਜੀ ਬੇਬੇ ਨਾਨਕੇ ਜੀ ਨੂੰ ਰੱਜ ਕੇ ਚਾਅ ਸੀ, ਉਹਨਾਂ ਨੇ ਤਿਆਰੀ ਕੀਤੀ। ਫਿਰ ਸੁਲਤਾਨਪੁਰ ਤੋਂ ਇਹ ਜਿਹੜਾ ਕਾਫਲਾ ਅੱਗੇ ਤੁਰਿਆ ਬਟਾਲੇ ਵੱਲ। ਇਹ ਕਾਫਲਾ ਫਿਰ
ਕੁਝ ਦਿਨਾਂ ਦੇ ਵਿੱਚ ਬਟਾਲੇ ਪਹੁੰਚਿਆ। ਬਟਾਲੇ ਦੇ ਬਾਰ-ਬਾਰ ਜਦ ਇਹ ਬਰਾਤ ਪਹੁੰਚੀ ਸੀ ਤੇ ਇਤਿਹਾਸ ਕਹਿੰਦਾ ਹੈ ਕਿ ਇਸ ਬਰਾਤ ਨੂੰ ਵੇਖਣ ਵਾਸਤੇ ਸਾਰਾ ਸ਼ਹਿਰ ਇਕੱਠਾ ਹੋਇਆ ਸੀ, ਕਿਉਂਕਿ ਜਿੱਥੋਂ ਤੱਕ ਨਜ਼ਰ ਪੈਂਦੀ ਸੀ ਤੇ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਬਰਾਤੀ ਦਿਸਦੇ ਸਨ। ਐਡੇ ਭਾਰੇ ਜਾਂਝੀ ਹੋਏ ਸਨ ਤੇ ਮਾਂਝੀਆਂ ਦੇ ਹੈਰਾਨਗੀ ਦੀ ਗੱਲ ਸੀ, ਕਿਉਂਕਿ ਜਾਂਝੀਆਂ ਤੇ ਮਾਂਝੀਆਂ ਦਾ ਮਿਲਾਪ ਹੋਣਾ ਹੈ ਹੁਣ ਇਸ ਥਾਂ ਤੇ। ਪਰ ਮਾਂਝੀ ਜਿਹੜੇ ਸਨ ਉਹ ਜਾਂਝੀਆਂ ਨੂੰ ਵੇਖ ਕੇ ਹੈਰਾਨ ਹੋ ਗਏ, ਬਈ ਐਡੀ ਜੰਝ ਕਦੀ ਸੁਪਨੇ 'ਚ ਨਹੀਂ ਸੋਚੀ ਸੀ। ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਫਿਕਰ ਨਹੀਂ ਕਰਨਾ, ਇਹ ਕਰਤਾਰ ਦਾ ਕਾਰਜ ਹੈ ਤੇ ਕਰਤਾਰ ਹੀ ਸਹਾਈ ਹੋਣਗੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਫਿਰ ਇੱਕ ਰਾਤ ਉੱਥੇ ਵਿਸ਼ਰਾਮ ਹੈ, ਕਿਉਂਕਿ ਜਿਸ ਦਿਨ ਜੰਝ ਪਹੁੰਚੀ ਉਹ ਦੇਰ ਰਾਤ ਹੈ। ਫਿਰ ਅਗਲੇ ਦਿਨ ਵੈਸੇ ਇਹ ਜਿਹੜੀ ਰੀਤ ਚੱਲਦੀ ਹੈ, ਉੱਥੋਂ ਥੋੜ੍ਹਾ ਜਿਹਾ ਦੂਰ ਟਿਕਾ ਕੀਤਾ ਸੀ ਬਟਾਲੇ ਤੋਂ। ਫਿਰ ਅਗਲੇ ਦਿਨ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਇਹ ਬਰਾਤ ਅੱਜ ਉਹ ਨਗਰ ਕੀਰਤਨ ਦੇ ਰੂਪ ਦੇ ਵਿੱਚ ਬਰਾਤ ਚੱਲ ਕੇ ਆਂਦੀ ਹੈ। ਭਾਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਜੀ ਦੇ ਸਰੂਪ ਦੇ ਨਾਲ ਉਹ ਸਾਰਾ ਨਗਰ ਕੀਰਤਨ ਦਾ ਜਲੂਸ ਰੂਪ ਦੇ ਵਿੱਚ ਕਾਫਲਾ ਪਹੁੰਚਦਾ ਹੈ। ਬਟਾਲੇ ਦੇ ਲੋਕ ਫਿਰ ਵਾਰਨੇ ਕਰਦੇ ਨੇ, ਫੁੱਲਾਂ ਦੀ ਵਰਖਾ ਹੁੰਦੀ ਹੈ, ਤੇਲ ਪਾਏ ਜਾਂਦੇ ਨੇ, ਮਾਈਏ ਗੁਰੂ ਕੇ ਸ਼ਬਦ ਪੜ੍ਹੇ ਜਾਂਦੇ ਨੇ, ਘੋੜੀਆਂ ਸ਼ਬਦ ਪੜ੍ਹੇ ਜਾਂਦੇ ਨੇ, ਇਹ ਬਾਣੀ ਪੜ੍ਹੀ ਜਾਂਦੀ ਹੈ ਸਾਰੀ। ਚਾਓ ਸਿੱਖਾਂ ਦਾ ਲੰਗਰ ਪ੍ਰਸ਼ਾਦਿਆਂ ਦਾ ਟਰਾਲੇ ਦੇ ਟਰਾਲੇ ਪਿੰਡਾਂ ਦੇ ਭਰ ਕੇ ਫਿਰ ਇਹ ਬਟਾਲੇ ਪਹੁੰਚੀ। ਸਤਿਗੁਰ ਜੀ ਦਾ ਉਹ ਸਥਾਨ, ਦੋ ਸਥਾਨ ਨੇ। ਇੱਕ ਸਥਾਨ ਹੈ ਜਿੱਥੇ ਗੁਰਦੁਆਰਾ ਕੰਧ ਸਾਹਿਬ ਹੈ। ਕੰਧ ਸਾਹਿਬ ਤੋਂ ਬਿਲਕੁਲ 20 ਕਦਮਾਂ ਦੀ ਦੂਰੀ ਤੇ ਉਹ ਸਥਾਨ ਮਾਤਾ ਸੁਲੱਖਣੀ ਜੀ ਦਾ ਆਪਣਾ ਘਰ ਹੈ, ਮਾਤਾ ਪਿਤਾ ਜੀ ਦਾ। ਉਹ ਮੂਲ ਚੰਦ ਜੀ ਦੀ ਰਿਹਾਇਸ਼ ਗਾਹ ਹੈ। ਸੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਿਹੜਾ ਵਿਆਹ ਹੋਇਆ ਉਹ ਉਸ ਥਾਂ ਤੇ ਹੋਇਆ ਜਿੱਥੇ ਰਿਹਾਇਸ਼ ਗਾਹ ਹੈ। ਉਸ ਥਾਂ ਤੇ ਅਸੀਂ ਸਿਜਦਾ ਕਰਦੇ ਹਾਂ। ਉੱਥੇ ਸਤਿਗੁਰੂ ਜੀ ਦੇ ਅੱਗੇ ਫਿਰ ਪੰਡਿਤ, ਕਿਉਂਕਿ ਉਹਨਾਂ ਦੇ ਕੁਲ ਪੁਰੋਹਿਤ ਪਹੁੰਚੇ ਹੋਏ ਸਨ, ਇੱਥੋਂ ਪੰਡਿਤ ਹਰਦਿਆਲ ਜੀ ਵੀ ਗਏ ਸਨ ਤੇ ਪੰਡਿਤ ਹਰਦਿਆਲ ਜੀ ਦਾ ਸਾਰਾ ਕਾਫਲਾ ਵੀ ਗਿਆ ਸੀ। ਜਦ ਉੱਥੇ ਇਕੱਠੇ ਹੋਏ ਤੇ ਵਿਆਹ ਦੀ ਰੀਤੀ ਦਾ ਪ੍ਰਬੰਧ ਹੋਣਾ ਸ਼ੁਰੂ ਹੋਇਆ ਤੇ ਗੁਰੂ ਨਾਨਕ ਸਾਹਿਬ ਨੇ ਕੁਝ ਨਹੀਂ ਕਿਹਾ। ਜਦ ਉਹਨਾਂ ਕੋਲ ਪੁਰੋਹਿਤਾਂ ਨੇ, ਪੰਡਤਾਂ ਨੇ ਸਾਰੀ ਤਿਆਰੀ ਕਰ ਲਈ, ਬੇਦੀ ਬਾਲ ਦੀ, ਸਾਰੇ ਮੰਤਰ, ਸਾਰੀ ਸਮੱਗਰੀ ਇਕੱਠੀ ਕਰ ਲਈ, ਬੇਦੀ ਬਾਲਣ ਲੱਗੇ ਤੇ ਸਤਿਗੁਰੂ ਜੀ ਨੇ ਉਸ ਵੇਲੇ ਪਿਤਾ ਜੀ ਮੂਲ ਚੰਦ ਨੂੰ ਇਸ਼ਾਰਾ ਕਰਕੇ ਆਖਿਆ ਕਿ ਅਸੀਂ ਬੇਦੀ ਦੇ ਦੁਆਲੇ ਫੇਰੇ ਨਹੀਂ ਲਵਾਂਗੇ। ਤੇ ਫਿਰ ਉਹਨਾਂ ਨੇ ਕਿਹਾ ਜੀ ਫਿਰ ਬੇਦੀ ਦੇ ਦੁਆਲੇ ਨਹੀਂ ਲੈਣੇ ਤੇ ਫਿਰ ਕਿਹਦੇ ਦੁਆਲੇ ਲੈਣੇ ਆ? ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਅਸੀਂ ਅੱਗ ਦੇ ਦੁਆਲੇ ਫੇਰੇ ਨਹੀਂ ਲਵਾਂਗੇ, ਅਸੀਂ ਫੇਰੇ ਲਵਾਂਗੇ ਸ਼ਬਦ ਦੇ ਦੁਆਲੇ। ਤੇ ਇਹ ਜਿਹੜੀ ਸੀ ਇਸ ਰੀਤ ਨੇ ਇੱਕ ਵਾਰੀ ਹਲਚਲ ਮਚਾਤੀ ਸੀ। ਪਰ ਸਿਆਣੇ ਸਨ ਪੰਡਿਤ ਹਰਦਿਆਲ ਜੀ। ਪੰਡਿਤ ਹਰਦਿਆਲ ਜੀ ਨੇ ਜਿਸ ਵੇਲੇ ਜਨੇਊ ਵੀ ਪਾਣ ਲੱਗਣ ਦੀ ਇਹ ਰੀਤ ਕੀਤੀ ਸੀ ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾ ਇਹ ਟੁੱਟੈ, ਨਾ ਮਲ ਲੱਗੈ, ਨਾ ਇਹ ਜਲੈ ਨਾ ਜਾਏ, ਧਨ ਸੋ ਮਾਨਸ ਨਾਨਕਾ ਸੋ ਗਲ ਪੱਲੇ ਪਾਏ। ਮਹਾਰਾਜ ਕਹਿੰਦੇ ਗਲ ਪਾ ਉਹ ਵਾਲਾ ਜਿਹੜਾ ਨਾ ਟੁੱਟੇ, ਨਾ ਕਿ ਚੌਕੜ ਮੂਲ ਅਨਾਇਆ ਬਹੁ ਚੌਕੇ ਪਾਇਆ, ਸਿੱਖਾ ਘਨ ਚੜਾਈਆ ਗੁਰ ਬ੍ਰਾਹਮਣ ਥੀਆ, ਇਹ ਵਾਲਾ ਕੰਮ ਨਹੀਂ। ਸਾਡਾ ਪ੍ਰਭੂ ਵਾਹਿਗੁਰੂ ਹੈ। ਫਿਰ ਗੁਰੂ ਨਾਨਕ ਸਾਹਿਬ ਜੀ ਨੇ ਮੂਲ ਮੰਤਰ ਕਲਮ ਮੰਗਵਾਈ, ਕਾਗਜ਼ ਮੰਗਵਾਇਆ, ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਕਾਗਜ਼ ਉੱਤੇ ਲਿਖਿਆ। ਪੀੜਾ ਸਾਹਿਬ ਮੰਗਵਾਇਆ ਗਿਆ, ਉਹਦੇ ਉੱਤੇ ਉਹ ਸ਼ਬਦ ਕਾਗਜ਼ ਰੱਖ ਕੇ ਰੁਮਾਲਾ ਨਾਲ ਰੱਖ ਕੇ ਸਤਿਗੁਰ ਜੀ ਨੇ ਉਹਦੇ ਦੁਆਲੇ ਫੇਰੇ ਲਏ ਨੇ। ਸਤਿਗੁਰ ਜੀ ਨੇ ਉੱਥੇ ਫੇਰੇ ਲਏ, ਗੁਰਬਾਣੀ ਸ਼ਬਦ ਹੋਇਆ। ਅੱਜ ਵੀ ਉਹ ਤੁਕ ਉੱਤੇ ਲਿਖੀ ਹੋਈ ਹੈ। ਗੁਰਦੁਆਰਾ ਤੁਸੀਂ ਕੰਧ ਸਾਹਿਬ ਜਾਓ ਕਿ ਹਰ ਪ੍ਰਭ ਸਾਚੇ ਕਾਜ ਰਚਾਇਆ, ਗੁਰਮੁਖ ਵਿਆਹੁਣ ਆਇਆ। ਇਹ ਸ਼ਬਦ ਪੜ੍ਹੇ ਗਏ, ਇਹ ਸ਼ਬਦ ਗਾਵੇ ਗਏ, ਗੁਰਮੁਖ ਵਿਆਹੁਣ ਦੀ ਗੱਲ ਕੀਤੀ ਗਈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਵਿਆਹ ਹੋਇਆ। ਉਸ ਵੇਲੇ ਫਿਰ ਜਦ ਗੁਰੂ ਨਾਨਕ ਸਾਹਿਬ ਤੇ ਸਾਰੀ ਬਰਾਤੀਆਂ ਨੂੰ ਪ੍ਰਸ਼ਾਦੇ ਦਾ ਪ੍ਰਬੰਧ ਲਈ ਉਸ ਥਾਂ ਦੇ ਲਵੇ ਬਿਠਾਇਆ ਗਿਆ ਜਿੱਥੇ ਕੱਚੀ ਕੰਧ ਸੀ। ਗੁਰੂ ਨਾਨਕ ਸਾਹਿਬ ਜੀ ਤੇ ਬਰਾਤ ਉੱਥੇ ਬੈਠੀ ਤੇ ਇੱਕ ਬੁੜੀ ਮਾਈ ਆ ਕੇ ਕਹਿੰਦੀ, ਪੁੱਤਰ ਨਾਨਕ ਜੀ ਇਹ ਕੰਧ ਕੱਚੀ ਹੈ। ਬਰਾਤ ਨੂੰ ਵੀ ਬੇਨਤੀ, ਤੁਸਾਂ ਨੂੰ ਵੀ ਬੇਨਤੀ, ਪਾਸੇ ਹੋ ਕੇ ਬੈਠੋ, ਕਿਤੇ ਕੰਧ ਹੀ ਨਾ ਢਹਿ ਜਾਏ, ਉੱਥੇ ਕਿਤੇ ਅਨਹੋਣੀ ਨਾ ਵਰਤ ਜਾਏ। ਫਿਰ ਗੁਰੂ ਨਾਨਕ ਸਾਹਿਬ ਨੇ ਕਿਹਾ, ਮਾਂ ਇਹ ਮਾਈ ਇਹ ਕੰਧ ਨਾ ਹੁਣ ਤੇ ਨਾ ਰਹਿੰਦੀ ਧਰਤੀ ਤੱਕ ਇਹ ਕੰਧ ਕਦੀ ਵੀ ਨਹੀਂ ਡਿੱਗ ਸਕਦੀ। ਭਾਵ ਕਿ ਗੁਰੂ ਨਾਨਕ ਸਾਹਿਬ ਇਕੱਲੇ ਬਾਹਰ ਦੀ ਕੱਚੀਆਂ ਕੰਧਾਂ ਨਹੀਂ, ਇਹ ਅੰਦਰ ਦੇ ਕੱਚੇ ਮਨ ਵੀ ਅਡੋਲ ਕਰਨ ਆਏ ਨੇ। ਇਹ ਕੰਧ ਸਾਹਿਬ ਗੁਰਦੁਆਰਾ ਜਿਹੜਾ ਹੈ ਨਾ, ਇਹ ਇੱਕ ਸਾਡੇ ਲਈ ਮੈਟਾਫਰ ਹੈ। ਇਹ ਇੱਕ ਸਾਡੇ ਲਈ ਜਿਨ੍ਹਾਂ ਦੇ ਮਨ ਕੱਚੇ ਨੇ ਨਾ, ਡੋਲਦੇ ਨੇ, ਉਹ ਫਿਰ ਕੰਧ ਸਾਹਿਬ ਸਜਦਾ ਕਰਕੇ ਆਉਣ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਕੱਚੇ ਮਨਾਂ ਨੂੰ, ਹਿੱਲਣ ਜੁਲਣ ਵਾਲੇ ਮਨਾਂ ਨੂੰ ਅਡੋਲ ਕਰਤਾ ਕਿ ਇਹ ਹੁਣ ਮਨ ਜਿਹੜੇ ਗੁਰੂ ਸ਼ਬਦ ਦੀ ਟੇਕ ਲੈਂਦੇ ਨੇ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੀ ਟੇਕ ਹੈ, ਫਿਰ ਉਹਨਾਂ ਦਾ ਮਨ ਕਦੀ ਕੰਧ ਰੂਪੀ ਕੱਚੀ ਢਹਿ ਨਹੀਂ ਸਕਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਉੱਥੇ ਵਿਆਹ ਹੋਇਆ।
ਉੱਥੇ ਸੋਹਿਲੇ ਪੜ੍ਹੇ ਗਏ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੇ ਨਾਲ ਮਾਤਾ ਸੁਲੱਖਣੀ ਜੀ ਇਹ ਡੋਲੀ ਸੁਲਤਾਨਪੁਰ ਲੋਧੀ ਗਈ ਹੈ। ਸੁਲਤਾਨਪੁਰ ਲੋਧੀ ਟਿਕੇ ਨੇ ਤੇ ਸਤਿਗੁਰੂ ਜੀ ਦੋਨੋਂ ਪੁੱਤਰਾਂ ਦੀ ਆਮਦ ਜਿਹੜੀ ਹੋਈ ਹੈ, ਜਿਹਦੇ ਵਿੱਚ ਸ਼੍ਰੀ ਚੰਦ ਤੇ ਲਖਮੀ ਦਾਸ ਹੈ। ਇਤਿਹਾਸ ਦਾ ਇਹ ਜ਼ਿਕਰ ਹੈ, ਉਹਨਾਂ ਦਾ ਜਨਮ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਹੋਇਆ। ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਹ ਵਿਆਹ ਹੋਇਆ। ਸਤਿਗੁਰੂ ਜੀ ਨੇ ਖੁਸ਼ੀਆਂ ਦਿੱਤੀਆਂ ਤੇ ਉਪਦੇਸ਼ ਦਿੱਤਾ ਕਿ ਗੁਰਸਿੱਖ ਨੇ ਵਿਆਹ ਕਰਾਉਣਾ ਹੈ, ਗ੍ਰਸਥ ਆਪਣਾ ਜੀਵਨ ਏਕਾ ਨਾਰੀ ਜਤੀ ਹੋਣ ਵਾਲਾ ਹੀ ਰੱਖਣਾ ਹੈ। ਸਤਿਗੁਰੂ ਭਲੀ ਕਰਨ ਆਪ ਸਾਰਿਆਂ ਨੂੰ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਬੇਅੰਤ ਵਧਾਈਆਂ। ਇਹਨੂੰ ਬਾਬੇ ਦੇ ਵਿਆਹ, ਇਹ ਜਿਹੜਾ ਪ੍ਰਚਲਿਤ ਲਫ਼ਜ਼ ਹੈ ਸਾਡਾ ਪੇਂਡੂ ਸ਼ਬਦਾਵਲੀ ਦਾ ਠੁੱਲਾ ਜਿਹਾ ਲਫ਼ਜ਼ ਬਾਬੇ ਦਾ ਵਿਆਹ, ਅੱਜ ਵੀ ਪਿੰਡਾਂ ਦੇ ਵਿੱਚ ਬਟਾਲੇ ਉਹਨਾਂ ਇਲਾਕਿਆਂ ਦੇ ਵਿੱਚ ਬਾਬੇ ਦੇ ਵਿਆਹ ਕਰਕੇ ਸਜਦਾ ਕੀਤਾ ਜਾਂਦਾ ਜੀ। ਅੱਜ ਬਾਬੇ ਦਾ ਵਿਆਹ ਪੁਰਬ ਹੈ। ਸਤਿਗੁਰੂ ਭਲੀ ਕਰਨ ਆਪ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਆਉਣ, ਚਾਓ ਆਉਣ, ਸੋਹਿਲੇ ਪੜੋ ਸਤਿਗੁਰੂ ਜੀ ਦੇ ਸ਼ਬਦ ਦੇ। ਭੁੱਲਾਂ ਚੁੱਕਾਂ ਦੀ ਖਿਮਾ ਹੈ ਜੀ। ਸਾਰਿਆਂ ਦਾ ਧੰਨਵਾਦ ਹੈ। ਅੰਮ੍ਰਿਤਸਰ ਵਾਸਤੇ ਜਿਹੜੀਆਂ ਸੰਗਤਾਂ ਜਾ ਰਹੀਆਂ ਨੇ, ਕੁਝ 4 ਜਾਂ 5 ਸੀਟਾਂ ਰਹਿ ਗਈਆਂ ਨੇ। ਜਿਹੜੇ 1-2 ਇੱਛੁਕ ਹੋਣ ਜਾਣ ਦੇ, ਉਹ ਡੋਲੀ ਭੈਣ ਜੀ ਨੂੰ ਮਿਲਣ ਜਾਂ ਉਹਨਾਂ ਨਾਲ ਜਾਂ ਭਾਈ ਸਾਹਿਬ ਨਾਲ ਸੰਪਰਕ ਕਰ ਸਕਦੇ ਨੇ। 25 ਤੇ 26 ਤਰੀਕ ਇਹ ਸੰਗਤਾਂ ਇੱਥੋਂ ਜਾ ਰਹੀਆਂ ਨੇ। 24 ਤੇ 25 ਤਰੀਕ ਸੰਡੇ ਜਿਹੜਾ ਹੈ ਇਹ ਆਪ ਸੰਗਤਾਂ ਦਾ ਕਾਫਲਾ ਇੱਥੋਂ ਤੁਰੇਗਾ। ਸੋ ਆਪ ਸੰਗਤਾਂ ਜ਼ਰੂਰ ਜਾਓ। ਸਾਰਿਆਂ ਦਾ ਧੰਨਵਾਦ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ ਹੈ। ਸਾਰੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣ ਆਈ। ਪ੍ਰਗਟ